देश दुनिया च वसदे पंजाबियों को खुश आमदीद। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट जी भास्कर जी और इंदरप्रीत जी। मैं जी आया आखना बहुत बहुत शुक्रिया रंधावा जी। साਰਿਆਂ ਨੂੰ सत श्री अकाल जी। ਅੱਜ ਦਾ दिन ਈਵੈਂਟ ਭਰਪੂਰ ਆ। ਖਬਰਾਂ ਦੀ ਤਫਸੀਲ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਲਵਾਂਗੇ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਜਿਹੜੀ FIR ਹੋਈ ਹੈ ਉਹ ਬਹੁਤ ਕੁਝ ਕਹਿੰਦੀ ਆਪਣੇ ਆਪ 'ਚ। ਔਰ ਹੁਣ ਮਨਪ੍ਰੀਤ ਬਾਦਲ ਦੇ ਖਿਲਾਫ ਲੁੱਕ ਆਊਟ ਨੋਟਿਸ, ਜਿਹਨੂੰ ਲੁੱਕ ਆਊਟ ਸਰਕੂਲਰ ਕਹਿੰਦੇ ਨੇ, ਉਹ ਜਾਰੀ ਹੋ ਗਿਆ। ਉਹਨਾਂ ਦੇ ਘਰ ਦੇ ਵਿੱਚ ਰੇਡ ਪਾਈ ਗਈ ਹੈ। ਇੱਕ ਵੱਡੀ ਇਮਾਨਦਾਰੀ ਵਾਲਾ ਅਕਸ ਦਾਗਦਾਰੀ ਨਹੀਂ ਹੋਇਆ, ਖੰਭ ਲਾ ਕੇ ਉੱਡ ਗਈ ਇਮਾਨਦਾਰੀ। ਇੰਜ ਲੱਗ ਰਿਹਾ ਜਿਹੜੀ ਇਬਾਰਤ ਹੈ FIR ਦੀ ਉਹਦੇ ਤੇ ਜਾਂਦੇ ਆ ਔਰ ਜਿਹੜੀ ਇਹ ਘਟਨਾਵਾਂ ਦਾ ਇੱਕ ਸਮੁੱਚਾ ਵੇਰਵਾ ਤੁਹਾਡੇ ਨਾਲ ਉਹ ਤਫਸੀਲੀ ਸਾਂਝ ਪਾਉਣੇ। ਅਗਲਾ ਮਾਮਲਾ, ਅੱਜ ਅੰਮ੍ਰਿਤਸਰ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣਗੇ। ਉੱਤਰ ਭਾਰਤੀ ਰਾਜਾਂ ਦੀ ਕੌਂਸਲ ਦੀ ਮੀਟਿੰਗ ਦੀ ਉਹ ਪ੍ਰਧਾਨਗੀ ਕਰਨਗੇ, ਅਗਵਾਈ ਕਰਨਗੇ। ਸਭ ਤੋਂ ਵੱਡਾ ਇਹਦੇ 'ਚ ਸਵਾਲ ਇਸ ਵੇਲੇ ਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਹਦੇ ਲਈ ਆਪਣਾ ਏਜੰਡਾ ਕੀ ਭੇਜਿਆ, ਮਤਲਬ ਸਟੇਟ ਨੇ ਆਪਣਾ ਏਜੰਡਾ ਕੀ ਭੇਜਿਆ। ਅਖਬਾਰਾਂ ਦੇ ਇੱਕ ਹਿੱਸੇ ਦੇ ਵਿੱਚ ਪ੍ਰਕਾਸ਼ਿਤ ਰਿਪੋਰਟਾਂ ਅਨੁਸਾਰ ਪਹਿਲੀ ਪ੍ਰਾਥਮਿਕਤਾ, ਪਹਿਲੀ ਤਰਜੀਹ ਚੰਡੀਗੜ੍ਹ ਦੇ ਮਾਮਲੇ ਨੂੰ ਦਿੱਤੇ ਜਾਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਨੇ ਤਿਆਰੀ ਕੀਤੀ ਹੋਈ ਆ। ਪਰ ਕੀ ਜਿਹੜਾ ਏਜੰਡਾ ਕੇਂਦਰ ਸਟੇਟਾਂ ਤੋਂ ਮੰਗਦਾ ਹੈ ਕਿ ਤੁਸੀਂ ਆਪਣੇ ਉਠਾਏ ਜਾਣ ਵਾਲੇ ਮੁੱਦਿਆਂ ਦੀ ਸੂਚੀ ਭੇਜੋ, ਕਿ ਉਹਦੇ ਵਿੱਚ ਚੰਡੀਗੜ੍ਹ ਦਾ ਮਾਮਲਾ ਰੱਖਿਆ ਗਿਆ, ਇਹ ਜਾਣਦੇ ਆ। ਦੂਜਾ ਮਾਮਲਾ, RDF ਦੇ ਉੱਤੇ ਕੱਲ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਸੀ, ਕੀ ਹੋਇਆ, ਇਹਦੇ ਤੇ ਜਾਣਾ ਬਣਦਾ। ਕੈਨੇਡਾ ਔਰ ਭਾਰਤ ਦੇ ਵਿੱਚ ਤਲਖੀ ਹੋਰ ਵਧੀ ਹੈ। ਇੱਕ ਹੋਰ ਐਡਵਾਈਜ਼ਰੀ ਜਾਰੀ ਹੋਈ ਹੈ ਕੈਨੇਡਾ ਵੱਲੋਂ, ਆਖਰ ਕਿਉਂ ਕੀਤੀ ਗਈ। ਦੂਜੀ ਗੱਲ, ਉਹਨਾਂ ਦੇ ਵਿਦੇਸ਼ ਮੰਤਰੀ ਦੀ ਸਟੇਟਮੈਂਟ ਦੇ ਕੀ ਅਰਥ ਆ, ਇਹਦੇ ਉੱਤੇ ਵੀ ਜਾਣਿਆ। ਅਗਲੀ ਖਬਰ ਬਹੁਤ ਅਹਿਮ ਆ ਕਿ ਕਾਂਗਰਸੀਆਂ ਦੇ ਵਿੱਚ ਇਸ ਖਿੱਤੇ ਦੀ ਪੋਲਿਟਿਕਸ ਦਾ ਜ਼ਿਕਰ ਕਰਾਂਗੇ। ਘਮਸਾਨ ਹੈ ਰੰਧਾਵਾ ਤੇ ਬਾਜਵਾ ਕੱਲ ਸਟੇਜ ਦੇ ਉੱਤੇ ਨਾਂ ਲਏ ਬਿਨਾਂ ਇੱਕ ਦੂਜੇ ਨਾਲ ਵਖਰੇਵੇਂ ਸ਼ੋਅ ਕਰ ਰਹੇ ਸੀ, ਮਤਭੇਦ ਸ਼ੋਅ ਕਰ ਰਹੇ ਸੀਗੇ। ਔਰ ਇਸੇ ਮੌਕੇ ਤੇ ਆਸ਼ੂ ਬਠਿੰਡੇ ਦੇ ਵਿੱਚ ਗੱਠਜੋੜ ਇੰਡੀਆ ਦਾ ਜਿਹੜਾ ਹੋ ਰਿਹਾ ਉਹਦੇ ਵਿੱਚ ਆਮ ਆਦਮੀ ਪਾਰਟੀ ਨਾਲ ਰਲ ਕੇ ਲੜਨ ਤੋਂ ਇਨਕਾਰ ਕਰਦੇ ਨਜ਼ਰ ਆਏ। ਜਿਹੜੇ ਭਾਜਪਾਈ ਔਖੇ ਨੇ ਉਹਨਾਂ ਦੇ ਖਿਲਾਫ ਸਖਤ ਰੌਂ ਅਖਤਿਆਰ ਕਰਨਾ ਚਾਹੁੰਦੀ ਹੈ ਭਾਜਪਾ, ਤੇ ਸੁਖਬੀਰ ਸਿੰਘ ਬਾਦਲ ਨੇ ਕੈਥਲ 'ਚ ਆਪਣੇ ਪੱਤੇ ਕਾਫੀ ਖੋਲਿਆ। ਮਤਲਬ ਭਾਰਤੀ ਜਨਤਾ ਪਾਰਟੀ ਨਾਲ ਲੱਗਦਾ ਹੈ ਕਿ ਜਾਣ 'ਚ ਨੁਕਸਾਨ ਦੇਖ ਕੇ ਹੁਣ ਪੈਰ ਪਿਛਾਂਹ ਖਿੱਚੇ ਜਾ ਰਹੇ ਆ। ਇੰਡੀਆ ਗੱਠਜੋੜ ਦੇ ਵਿੱਚ ਹੋਰ ਕੀ ਆ, ਆਖਿਰ ਅਨੈਲੋ ਦੇ ਇਸ ਇਕੱਠ ਮੌਕੇ ਬਹੁਤੇ ਵੱਡੇ ਆਗੂ ਪਾਸੇ-ਪਾਸੇ ਕਿਉਂ ਰਹਿ ਗਏ। ਸਭ ਤੋਂ ਅਹਿਮ ਮਾਮਲਾ ਜਿਹੜਾ ਅਸੀਂ ਇਸ ਮੰਚ ਤੋਂ ਬਹੁਤ ਪਹਿਲਾਂ ਉਠਾਇਆ ਸੀ, ਇੰਦਰਪ੍ਰੀਤ ਜੀ ਦੀ ਉਹ ਆਪਣੀ ਖਬਰ ਸੀ, ਨਿੱਜੀ ਤੌਰ ਤੇ ਇਹਨਾਂ ਨੇ ਉਠਾਈ ਸੀ ਸਭ ਤੋਂ ਪਹਿਲਾਂ। ਬਾਸਮਤੀ ਨੂੰ ਐਕਸਪੋਰਟ ਕਰਨ ਮੌਕੇ ਕੇਂਦਰ ਨੇ ਜਿਹੜੀਆਂ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਸੀਗੀਆਂ, ਉਹਦੇ ਵਿੱਚ ਇੱਕ ਯੂ ਟਰਨ ਹੈ, ਉਹਦੇ ਵਿੱਚ ਚੇਂਜਸ ਆਈਆਂ ਨੇ। ਔਰ ਹੁਣ ਜਿਹੜੇ ਇਹ ਕਾਸ਼ਤਕਾਰ ਉਹਨਾਂ ਨੂੰ ਵੀ ਫਾਇਦਾ ਹੋਣ ਵਾਲਾ ਔਰ ਬਰਾਮਦਕਾਰ ਜਿਹੜੇ ਆ ਉਹਨਾਂ ਨੂੰ ਵੀ ਫਾਇਦਾ ਹੋਣ ਵਾਲਾ ਹੈ। ਸੋ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਜਾਣ ਲੱਗਿਆ, ਸਭ ਤੋਂ ਪਹਿਲਾਂ ਭਾਸਕਰ ਸਾਹਿਬ ਦੱਸਿਓ ਜ਼ਰਾ ਕਿ ਮਨਪ੍ਰੀਤ ਸਿੰਘ ਬਾਦਲ ਭੱਜੇ ਕਿਉਂ ਫਿਰਦੇ ਆ। FIR ਦੇ ਵਿੱਚ ਐਸਾ ਕੀ ਹੈ ਕਿ ਉਹਨਾਂ ਨੂੰ ਜ਼ਮਾਨਤ ਮਿਲਣ ਦੀ ਸੰਭਾਵਨਾ ਘੱਟ ਹੈ, ਔਰ ਐਸਾ ਕੀ ਹੈ ਕਿ ਉਹਨਾਂ ਦੇ ਖਿਲਾਫ LOC ਜਾਰੀ ਕਰਤਾ ਗਿਆ ਔਰ ਉਹਨਾਂ ਦੇ ਘਰ ਬਾਦਲ ਪਿੰਡ, ਸ਼ਾਇਦ ਇੱਕ ਅਰਸੇ ਬਾਅਦ, ਪਹਿਲਾਂ ਕਿਤੇ ਸਿਆਸੀ ਲੜਾਈਆਂ 'ਚ ਬਾਦਲ ਪਿੰਡ ਪੁਲਿਸ ਜਾਂਦੀ ਹੋਊਗੀ ਜੀ ਸਿਆਸੀ ਗ੍ਰਿਫਤਾਰੀਆਂ ਲਈ। ਦੋਵੇਂ ਭਰਾ ਪ੍ਰਕਾਸ਼ ਸਿੰਘ ਬਾਦਲ ਔਰ ਗੁਰਦਾਸ ਸਿੰਘ ਬਾਦਲ ਮਰਹੂਮ ਦੋਨੇ, ਉਹ ਸਿਆਸੀ ਲੜਾਈਆਂ ਲੜਦਿਆਂ ਤੇ ਜੇਲ੍ਹ ਨਹੀਂ ਗਏ। ਬਾਦਲ ਸਾਹਿਬ ਵੱਡੇ ਭਾਵੇਂ ਗਏ ਸੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ, ਪਰ ਮਨਪ੍ਰੀਤ ਦੇ ਦੁਆਲੇ ਜਿਹੜਾ ਘੇਰਾ ਘੱਤਿਆ ਗਿਆ, ਇਸ ਇਮਾਨਦਾਰੀ ਦਾ ਕੀ ਕਰਾਂਗੇ ਜਿਹੜੀ ਸ਼ੇਰੋ ਸ਼ਾਇਰੀ ਦੇ ਦਰਮਿਆਨ ਸਭ ਤੋਂ ਵੱਡੇ ਕੱਦ ਨਾਲ ਰੂਬਰੂ ਹੁੰਦੀ ਰਹੀ ਹੈ। ਰੰਧਾਵਾ ਜੀ, ਰਵੀਵਾਰ ਨੂੰ ਮਨਪ੍ਰੀਤ ਬਾਦਲ ਦੇ ਖਿਲਾਫ FIR ਨੰਬਰ 21 ਵਿਜੀਲੈਂਸ ਬਿਊਰੋ ਬਠਿੰਡਾ ਦੇ ਵਿੱਚ ਦਰਜ ਹੁੰਦੀ ਹੈ। ਧਾਰਾਵਾਂ ਲੱਗਦੀ ਹੈ 409, 420, 467, 468, 471, 120B, 66C IT ਐਕਟ। ਇਹ ਧਾਰਾਵਾਂ ਇੱਦਾਂ ਦੀ ਹੈ ਜਿਹਦੀ ਧਾਰਾਵਾਂ ਦੇ ਹਿਸਾਬ ਨਾਲ ਉਹਨਾਂ ਨੂੰ ਬੇਲ ਨਹੀਂ ਮਿਲ ਸਕਦੀ। ਪਰ ਮਨਪ੍ਰੀਤ ਉਹਨਾਂ ਨੇ ਵੀ ਆਪਣੀ ਬਾਜੀ ਪਹਿਲੇ ਚੱਲਦੇ ਹੋਏ 22 ਤਰੀਕ ਨੂੰ ਹੀ ਆਪਣੀ ਐਂਟੀਸਿਪੇਟਰੀ ਬੇਲ ਵਾਸਤੇ ਬਠਿੰਡਾ ਕੋਰਟ ਦੇ ਵਿੱਚ ਐਪਲੀਕੇਸ਼ਨ ਲਾਤੀ ਸੀ, ਜਿਹਦੇ ਉੱਤੇ ਸੁਣਵਾਈ ਅੱਜ ਹੈ। ਇਸ ਇਨਵੈਸਟੀਗੇਸ਼ਨ ਦੇ ਵਿੱਚ ਉਸ 1500 ਗਜ ਦਾ ਪਲਾਟ ਜਿਹੜਾ ਮਾਡਲ ਟਾਊਨ ਫੇਸ 1 ਦੇ ਵਿੱਚ 2 ਪਲਾਟ ਜੋੜ ਕੇ ਲਿੱਤੇ ਸੀਗੇ ਮਨਪ੍ਰੀਤ ਬਾਦਲ ਉਹਨਾਂ ਨੇ, ਮੇਨ ਤੌਰ ਤੇ FIR ਉਸ ਬੇਸ ਤੇ ਦਰਜ ਹੋਈ ਹੈ। ਉਹਦੇ ਬਾਅਦ ਵੀ ਇਨਵੈਸਟੀਗੇਸ਼ਨ ਜਾਰੀ ਹੈ ਔਰ ਇਨਵੈਸਟੀਗੇਸ਼ਨ ਦੇ ਦੌਰਾਨ ਕੱਲ ਬਾਦਲ ਪਿੰਡ ਦੇ ਵਿੱਚ ਰੇਡ ਪਾਈ ਗਈ ਮਨਪ੍ਰੀਤ ਬਾਦਲ ਦੇ ਘਰ। ਕੋਈ ਮਿਲਿਆ ਨਹੀਂ ਉੱਥੇ, ਨਾ ਹੀ ਕੋਈ ਕਾਗਜ਼ਾਤ ਮਿਲੇ। ਔਰ ਐਦਾਂ ਦੀ ਤਕਰੀਬਨ 4 ਟੀਮਾਂ ਵਿਜੀਲੈਂਸ ਬਿਊਰੋ ਬਠਿੰਡਾ ਨੇ ਬਣਾਈ ਹੈ ਔਰ ਕਈ ਜਗ੍ਹਾ ਰੇਡ ਪਾਉਣ ਦੀ
ਸੂਚਨਾ ਸਾਨੂੰ ਜਿਹੜੇ ਸੋਰਸਿਸ ਹੈਗੇ ਸਾਡੇ ਉਹ ਦਿੱਤੀ ਹੈ। ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਇਹ ਸਾਰੇ ਸੂਬਿਆਂ ਦੇ ਵਿੱਚ ਰੇਡ ਪਾਉਣ ਦੀ ਤਿਆਰੀ ਵੀ ਹੈ ਔਰ ਇਹ 4 ਟੀਮਾਂ ਗਈਆਂ ਹੋਈਆਂ। ਇਹ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਉਹ ਗੱਲਾਂ ਤੇ ਬਿਲਕੁਲ ਪੁਖਤਾ ਤਰੀਕੇ ਨਾਲ ਅੱਗੇ ਵਧੀਆਂ ਕਿ 3 ਉਹ ਜਿਹੜੇ ਜਿਨ੍ਹਾਂ ਨੇ ਉਹ ਬੋਲੀ ਲਾਈ ਸੀਗੀ ਆਈਟੀ ਯਾਨੀ ਆਨਲਾਈਨ ਬੋਲੀ ਸੀਗੀ, ਉਹਦੇ ਵਿੱਚ ਉਹ ਤਿੰਨੋਂ ਐਕਿਊਜ਼ਡ, ਭਾਵੇਂ ਉਹ ਅਮਨਦੀਪ ਹੋਏ, ਰਾਜੀਵ ਕੁਮਾਰ ਹੋਏ ਜਾਂ ਵਿਕਾਸ ਅਰੋੜਾ ਹੋਏ, ਉਹਨਾਂ ਤਿੰਨਾਂ ਨੂੰ ਤੇ ਪੁਲਿਸ ਨੇ ਅਰੈਸਟ ਕਰ ਲਿਆ। ਔਰ ਹੋਰ ਜਿਹੜੇ 3 ਨਾਮਜ਼ਦ ਹੈਗੇ ਨੇ ਇਨਕਲੂਡਿੰਗ ਮਨਪ੍ਰੀਤ ਬਾਦਲ, ਵਿਕਰਮਜੀਤ ਸਿੰਘ ਸ਼ੇਰਗਿੱਲ ਤੇ ਤੀਜਾ ਪੰਕਜ ਕਾਲੀਆ, ਉਹਨਾਂ ਦੀ ਤਲਾਸ਼ ਵੀ ਜਾਰੀ ਹੈਗੀ ਹੈ। ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਮਨਪ੍ਰੀਤ ਬਾਦਲ ਨੇ ਨਾ ਕੇਵਲ ਬਠਿੰਡਾ ਬਲਕਿ ਹੋਰ ਵੀ ਸੂਬਿਆਂ ਦੇ ਵਿੱਚ ਆਪਣੇ ਪਦ ਦੀ ਦੁਰਵਰਤੋਂ ਦੇ ਰਾਹੀਂ ਜ਼ਮੀਨਾਂ ਖਰੀਦੀ ਸੀਗੀ। LOC ਜਾਰੀ ਹੋ ਗਿਆ, ਰੈਵਨਿਊ ਰਿਕਾਰਡ ਖੰਗਾਲਿਆ ਜਾ ਰਿਹਾ ਹੈ ਔਰ ਅੱਗੇ ਚੱਲ ਕੇ ਮਨਪ੍ਰੀਤ ਬਾਦਲ ਉਹਨਾਂ ਦੀ ਮੁਸ਼ਕਿਲਾਂ ਵੱਧ ਸਕਦੀਆਂ ਕਿਉਂਕਿ ਉਹਨਾਂ ਦੇ ਸਾਲੇ ਜੈਜੀਤ ਜੋਲ, ਉਹਨਾਂ ਦੇ ਨਾਲ ਵੀ ਪੁੱਛਗਿੱਛ ਦੀ ਤਿਆਰੀ ਵਿਜੀਲੈਂਸ ਬਿਊਰੋ ਬਠਿੰਡਾ ਦੇ ਵਿੱਚ ਹੋ ਚੁੱਕੀ ਹੈ। ਬੜੀ ਛੇਤੀ ਉਹਨਾਂ ਨੂੰ ਪੁੱਛਗਿੱਛ ਵਾਸਤੇ ਬੁਲਾਇਆ ਜਾ ਸਕਦਾ ਹੈ। ਇਹ ਸਾਰੀ ਗੱਲਾਂ ਮਨਪ੍ਰੀਤ ਬਾਦਲ ਦੇ ਖਿਲਾਫ ਤੁਰ ਰਹੀਆਂ। ਹੁਣ ਯਾਦ ਕਰੋ ਭਗਵੰਤ ਮਾਨ ਉਹਨਾਂ ਦਾ, ਮੁੱਖ ਮੰਤਰੀ ਉਹਨਾਂ ਦਾ ਉਹ ਟਵੀਟ ਜਿਹਦੇ ਵਿੱਚ ਉਹਨਾਂ ਨੇ ਮਨਪ੍ਰੀਤ ਬਾਦਲ ਦੇ ਉੱਤੇ ਕੱਲ ਤੰਜ ਕੱਸਿਆ, ਉਸ ਤੰਜ ਨੂੰ ਲੈ ਕੇ ਵੀ ਰਾਜਨੀਤੀ ਗਰਮਾਈ ਹੋਈ ਹੈ ਕਿ ਉਸ ਤੰਜ ਦੀ ਲੋੜ ਸੀ ਕਿ ਨਹੀਂ। ਜਦ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੋਏ, ਐਦਾਂ ਦਾ ਮੁੱਖ ਮੰਤਰੀ ਦਾ ਕੋਈ ਟਵੀਟ ਇਨਵੈਸਟੀਗੇਸ਼ਨ ਨੂੰ ਹੈਂਪਰ ਕਰ ਸਕਦਾ ਹੈ ਜਾਂ ਨਹੀਂ। ਇਹ ਮਾਮਲਾ ਅੱਜ ਕੋਰਟ ਦੇ ਵਿੱਚ, ਕਿਉਂਕਿ ਉਹ 26 ਤਰੀਕ ਅੱਜ ਜਿਹੜੀ ਮਨਪ੍ਰੀਤ ਬਾਦਲ ਨੇ 22 ਤਰੀਕ ਨੂੰ ਆਪਣੀ ਐਪਲੀਕੇਸ਼ਨ ਲਾਈ ਸੀ, ਅੱਜ ਉਹਦੇ ਉੱਤੇ ਵੀ ਸੁਣਵਾਈ ਹੈ। ਕੋਰਟ ਦਾ ਫੈਸਲਾ ਕੀ ਆਂਦਾ ਹੈ। ਪਰ ਹਾਂ, ਮਨਪ੍ਰੀਤ ਬਾਦਲ ਪਿਛਲੇ 61 ਦਿਨਾਂ ਤੋਂ ਲਾਪਤਾ ਨੇ। ਉਹ ਕਿੱਥੇ ਨੇ ਕਿਸੇ ਨੂੰ ਨਹੀਂ ਪਤਾ, ਉਹਨਾਂ ਦੇ ਘਰ ਦੇ ਕਿੱਥੇ ਨੇ ਇਹ ਨਹੀਂ ਪਤਾ। ਲੇਕਿਨ ਜਿਸ ਜੋਜੋ ਦੀ ਗੱਲ ਕਰਦੇ ਨੇ ਉਹਦੇ ਬਾਰੇ 'ਚ ਇਹ ਗੱਲ ਨਿਕਲ ਕੇ ਆ ਰਹੀ ਹੈ ਕਿ ਉਹ ਸ਼ਾਇਦ ਵਿਦੇਸ਼ ਗਏ ਹੋਏ ਨੇ। ਉਹ ਆਂਦੇ ਨੇ ਤੇ ਪੁੱਛਗਿੱਛ ਹੋਏਗੀ ਜਾਂ ਫਿਰ ਚੇਚੇ ਤੌਰ ਤੇ ਉਹਨਾਂ ਦੇ ਖਿਲਾਫ ਕੋਈ ਨੋਟਿਸ ਭੇਜਿਆ ਜਾਂਦਾ ਹੈ। ਇਹ ਗੱਲ 1-2 ਦਿਨਾਂ ਦੇ ਵਿੱਚ ਸਾਹਮਣੇ ਆਉਣ ਦੀ ਉਮੀਦ ਹੈਗੀ ਹੈ। ਪਰ ਹਾਂ, ਮਨਪ੍ਰੀਤ ਬਾਦਲ ਨੇ ਕਿਸ ਤਰੀਕੇ ਨਾਲ ਇਹ 1560 ਗਜ ਦਾ ਪਲਾਟ ਲੈਣ ਦੇ ਵਿੱਚ ਘਪਲਾ ਕੀਤਾ, ਉਹ ਇਸ ਪੂਰੀ FIR ਦੇ ਵਿੱਚ ਜ਼ਿਕਰ ਹੈਗਾ ਉਹਦਾ। ਔਰ ਜਿਸ ਤਰੀਕੇ ਨਾਲ ਬਠਿੰਡਾ ਡਿਵੈਲਪਮੈਂਟ ਅਥਾਰਟੀ ਦੀ ਆਫਿਸਰ ਬਲਵਿੰਦਰ ਕੌਰ ਉਹਨਾਂ ਦੇ ਡਿਜੀਟਲ ਸਿਗਨੇਚਰ ਦੀ ਦੁਰਵਰਤੋਂ ਕਰਦੇ ਹੋਏ ਬਿਨਾਂ ਉਹਨਾਂ ਦੀ ਪਰਮਿਸ਼ਨ ਤੋਂ ਇਹ ਜਿਸ ਤਰੀਕੇ ਨਾਲ ਡਿਜੀਟਲ ਐਡਵਰਟਾਈਜ਼ਮੈਂਟ ਕੱਢੀ ਗਈ ਉਹਨਾਂ ਪਲਾਟਾਂ ਦੀ ਐਕਸ਼ਨ ਦੀ, ਔਰ ਉਹਨਾਂ ਪਲਾਟਾਂ ਦਾ ਫੇਕ ਮੈਪ ਵੀ ਦਿੱਤਾ ਗਿਆ ਔਰ ਉਹਨਾਂ ਮੈਪਾਂ ਦੇ ਵਿੱਚ ਇਹ ਵੀ ਨਹੀਂ ਦੱਸਿਆ ਗਿਆ ਕਿ ਆ ਜਿਹੜੇ ਕਮਰਸ਼ੀਅਲ ਪਲਾਟ ਨੇ ਕਿ ਜਾਂ ਇੰਡਸਟਰੀਅਲ ਕਮਰਸ਼ੀਅਲ ਪਲਾਟ ਨੇ ਜਾਂ ਫਿਰ ਰੈਜ਼ੀਡੈਂਸ਼ੀਅਲ ਪਲਾਟ ਨੇ। ਇਹਨਾਂ ਸਾਰੀ ਗੱਲਾਂ ਦੇ ਉੱਤੇ ਮਨਪ੍ਰੀਤ ਬਾਦਲ ਉਹਨਾਂ ਕਿਸੇ ਜਗ੍ਹਾ ਫਸਦੇ ਨਜ਼ਰ ਆਉਂਦੇ ਨੇ। ਔਰ ਕੰਪਲੇਂਟ ਕਿਹਦੀ ਹੈ? ਸਰੂਪ ਚੰਦ ਸਿੰਗਲਾ। ਪਹਿਲੇ ਅਕਾਲੀਆਂ ਦੇ ਵਿੱਚ ਵੀ ਇਕੱਠੇ ਹੁੰਦੇ ਸੀ, ਅੱਜ BJP ਦੇ ਵਿੱਚ ਵੀ ਦੋਨੋਂ ਇਕੱਠੇ ਨੇ। ਔਰ ਸਰੂਪ ਚੰਦ ਸਿੰਗਲਾ ਉਹਨਾਂ ਨੇ ਵੀ ਇਹ ਕਿਹਾ ਕਿ ਜੇ ਉਹਨਾਂ ਦੀ ਪਾਰਟੀ ਕਿਸੇ ਵੀ ਤਰੀਕੇ ਦਾ ਦਬਾਅ ਉਹਨਾਂ ਦੇ ਉੱਤੇ ਬਣਾਉਂਦੀ ਹੈ ਆਪਣੀ ਕੰਪਲੇਂਟ ਨੂੰ ਵਾਪਸ ਲੈਣ ਤੇ ਉਹ ਪਾਰਟੀ ਛੱਡ ਦੇਣਗੇ, ਪਰ ਮਨਪ੍ਰੀਤ ਬਾਦਲ ਦੇ ਖਿਲਾਫ ਕੰਪਲੇਂਟ ਵਿਡਰਾ ਨਹੀਂ ਕਰਨਗੇ। ਇਹਨਾਂ ਸਾਰੀ ਗੱਲਾਂ ਦੇ ਰਾਹੀਂ ਮਨਪ੍ਰੀਤ ਉਹਨਾਂ ਦੀ ਮੁਸੀਬਤਾਂ ਅੱਗੇ ਚੱਲ ਕੇ ਕਿੰਨੀ ਕੁ ਵੱਧਦੀਆਂ ਅੱਜ ਦੀ ਕੋਰਟ ਦੀ ਜੱਜਮੈਂਟ ਦੇ ਉੱਤੇ ਵੀ ਡਿਪੈਂਡ ਕਰਦਾ ਹੈ ਔਰ ਵਿਜੀਲੈਂਸ ਦੀ ਤਫਤੀਸ਼ ਦੇ ਉੱਤੇ ਵੀ ਡਿਪੈਂਡ ਕਰਦਾ ਹੈ। ਕੱਲ ਜਾਖੜ ਸਾਹਿਬ ਥੋੜਾ ਜਿਹਾ ਸੌਫਟ ਕਾਰਨਰ ਲੈਂਦੇ ਨਜ਼ਰ ਆਏ ਮਨਪ੍ਰੀਤ ਬਾਦਲ ਦੇ ਉੱਤੇ। ਇੰਦਰਪ੍ਰੀਤ ਜੀ, ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ ਹਾਂ ਕਿ ਦਰਅਸਲ ਮੁੱਖ ਮੰਤਰੀ ਦਾ ਟਵੀਟ ਬੇਲੋੜਾ ਸੀ। ਇਹ ਮੰਨਿਆ ਜਾ ਰਿਹਾ ਕਿ ਜਦੋਂ ਕੋਈ ਮਾਮਲਾ ਸਬ ਜੁਡਿਸ ਹੈ, ਅਦਾਲਤ ਵਿੱਚ ਚਲੇ ਗਿਆ ਜਾਂ ਜਾਂਚ ਅਧੀਨ ਹੈ, ਉਹਦੇ ਵਿੱਚ ਸਭ ਤੋਂ ਸਿਖਰਲਾ ਵਿਅਕਤੀ ਜਦੋਂ ਆਪਣੀ ਸਿਆਸਤ ਕਰੂਗਾ ਤਾਂ ਕਿਤੇ ਜਾ ਕੇ ਉਹਦਾ ਜ਼ਿਕਰ ਜ਼ਰੂਰ ਆਊਗਾ ਤੇ ਕੇਸ ਕਮਜ਼ੋਰ ਹੋਣ ਦੀ, ਪੋਲੀਟੀਕਲ ਵੈਂਡੇਟਾ, ਬਦਲਾਖੋਰੀ ਦੀ ਗੱਲ ਸਾਬਤ ਕਰਨੀ ਸੌਖੀ ਹੋ ਜਾਂਦੀ ਹੈ। ਕਈ ਵਾਰੀ ਕਿਸੇ ਨੂੰ ਰਾਹਤ ਦੇਣੀ ਹੋਵੇ ਤਾਂ ਉੱਥੇ ਬੇਲੋੜਾ ਦਖਲ ਜਾਂ ਲੱਤ ਵਾੜ ਦਿਓ ਆਪਣੀ, ਇਹ ਵੀ ਸਵਾਲ ਹੁੰਦਾ। ਲੇਕਿਨ ਜਿਸ ਤਰੀਕੇ ਨਾਲ ਮਨਪ੍ਰੀਤ ਬਾਦਲ ਦੀ ਫੜੋ ਫੜਾਈ ਦੀ ਦੌੜ ਲੱਗੀ ਹੋਈ ਆ, ਇਹਦੇ ਵਿੱਚ ਪੋਲੀਟੀਕਲ ਸਕੋਰ ਮੈਨੂੰ ਲੱਗਦਾ ਕਿ ਜਿਹੜੀ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਆ ਉਹ ਫਿੱਕੀ ਨਹੀਂ ਪਈ, ਮੱਧਮ ਨਹੀਂ ਪਈ। ਇਹ ਜ਼ੋਰ ਨਾਲ ਪ੍ਰਗਟਾਉਣ ਦਾ ਇੱਕ ਜ਼ਿਕਰ ਵੀ ਆ ਸਤਿਕਾਰ ਕੌਰ ਤੋਂ ਬਾਅਦ ਮਨਪ੍ਰੀਤ ਬਾਦਲ ਨੂੰ। ਪਰ ਮੈਂ ਜਿਹੜੀ ਮੇਰੀ ਆਪਣੀ ਮੈਂ ਜੋ ਸਮਝਣਾ ਚਾਹੁੰਦਾ ਤੁਹਾਡੇ ਕੋਲ, ਤੁਹਾਡਾ ਮਨਪ੍ਰੀਤ ਬਾਦਲ ਨਾਲ ਵਾਹ ਰਿਹਾ ਮੇਰਾ ਬਹੁਤ ਥੋੜਾ ਰਿਹਾ, ਲੇਕਿਨ ਮੈਂ ਜਦੋਂ ਵੀ ਉਹਨਾਂ ਨਾਲ ਗੱਲ ਕੀਤੀ ਮੈਨੂੰ ਐਰੋਗੈਂਸੀ ਲੱਗੀ, ਬਹੁਤ ਬੁਰੀ ਤਰ੍ਹਾਂ ਐਰੋਗੈਂਸੀ ਲੱਗੀ। ਉਹਨਾਂ ਦੇ ਦਾਅਵੇ ਇਮਾਨਦਾਰੀ ਦੇ, ਉਹਨਾਂ ਦੇ ਦਾਅਵੇ ਬਹੁਤ ਵੱਡੇ ਵਿਜ਼ਨ ਦੇ, ਉਹਨਾਂ ਦੇ ਦਾਅਵੇ ਸਟੇਟ ਨੂੰ ਤਰਜੀਹੀ ਤੌਰ ਤੇ ਸਭ ਤੋਂ ਉੱਤੇ ਰੱਖਣ ਦੇ, ਨਾ ਤੇਲ ਲੈਣ ਦੇ, ਨਾ ਗੱਡੀ ਲੈਣ ਦੇ, ਨਾ ਗਨਮੈਨ ਲੈਣ ਦੇ, ਨਾ ਬਹੁਤੀਆਂ ਸਹੂਲਤਾਂ ਲੈਣ ਦੇ, ਟੋਲ ਤੇ ਪੈਸੇ ਦੇਣ ਦੇ, ਇਹ ਸਾਰੀ ਇਮਾਨਦਾਰੀ ਔਰ ਦਰਮਿਆਨ ਦੇ ਵਿੱਚ 65 ਲੱਖ ਰੁਪਏ ਦਾ ਸਟੇਟ ਐਕਸਚੇਕਰ ਨੂੰ, ਖਜ਼ਾਨੇ ਨੂੰ ਚੂਨਾ ਲੱਗਣ ਦੀ ਗੱਲ, ਇਹਨਾਂ ਦੋਨਾਂ ਨੂੰ ਕਿਹੜੇ ਛਾਬਿਆਂ 'ਚ ਰੱਖ ਕੇ ਤੋਲੀਏ, ਕਿੱਦਾਂ ਮਾਪੀਏ? ਇਹੋ ਜਿਹੀ ਇਮਾਨਦਾਰੀ ਮੈਂ ਵੀ ਕਰਨਾ ਚਾਹੁੰਦਾ
ਮੈਂ ਪਰ ਰਵਾਂ ਇਮਾਨਦਾਰ, ਮੈਨੂੰ ਲੱਗਦਾ ਇਹ ਸਭ ਤੋਂ ਅਹਿਮ ਹੁੰਦਾ। ਰੰਧਾਵਾ ਸਾਹਿਬ ਦੇਖੋ, ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਜੇ ਤੁਸੀਂ ਮਨਪ੍ਰੀਤ ਬਾਦਲ ਹੋਰਾਂ ਦਾ ਅਕਸ ਦੇਖੋ ਤਾਂ ਤੁਹਾਨੂੰ ਲੱਗੂਗਾ ਕਿ ਉਹ ਬਿਲਕੁਲ ਇਮਾਨਦਾਰੀ ਦੀ ਇੱਕ ਮੂਰਤ ਜੀ ਬਣ ਕੇ ਪੇਸ਼ ਹੁੰਦੇ ਹੈ ਤੇ ਪੰਜਾਬ ਨੂੰ ਮਤਲਬ ਕਿਵੇਂ ਉੱਪਰ ਲੈ ਕੇ ਜਾਣਾ ਹੈ ਇਸ ਦੇ ਉੱਤੇ ਵੱਧਦੇ ਦਿਖਦੇ ਹੈ। ਪਰ ਜਦੋਂ ਤੁਸੀਂ ਉਹਨਾਂ ਦੇ ਐਕਟਸ ਦੇਖਦੇ ਹੋ ਤਾਂ ਲੱਗਦਾ ਕਿ ਨਹੀਂ ਯਾਰ, ਇਦਾਂ ਦਾ ਕੋਈ ਫਰਕ ਨਹੀਂ, ਜਿਸ ਤਰ੍ਹਾਂ ਦੇ ਦੂਜੇ ਨੇ ਉਸੇ ਤਰ੍ਹਾਂ ਦੇ ਇਹ ਨੇ। ਤੁਸੀਂ ਅਗਰ ਉਹਨਾਂ ਨੇ 8 ਸਾਲ ਲਗਾਤਾਰ, ਮਤਲਬ 5 ਸਾਲ ਤਾਂ ਲਗਾਤਾਰ, 3 ਸਾਲ ਪਹਿਲਾਂ ਜਿਹੜਾ ਹੈਗਾ ਉਹ ਵਿੱਤ ਮੰਤਰੀ ਦੀ ਭੂਮਿਕਾ ਨਿਭਾਈ ਹੈ। ਤੁਸੀਂ ਦੇਖੋ, ਜੇ ਆਪਾਂ ਉਹਨੂੰ ਪੂਰੇ ਨੂੰ ਉਹਨੂੰ ਦੇਖੀਏ ਤਾਂ ਕਿਹੜਾ ਕਦਮ ਉਹਨਾਂ ਦਾ ਤੁਹਾਨੂੰ ਇੱਕ ਵੀ ਕਦਮ ਇਹੋ ਜਿਹਾ ਲੱਗਦਾ ਹੈ ਜਿਹੜਾ ਤੁਹਾਨੂੰ ਐ ਲੱਗੇ ਕਿ ਯਾਰ ਬਈ ਇਹ ਚੁੱਕਿਆ ਤਾਂ ਜਾ ਕੇ ਜਿਹੜੀ ਪਟਰੀ ਤੇ ਆਈ ਹੈ ਗੱਲ, ਮਤਲਬ ਜਿਹੜੀ ਇਕਨੋਮੀ ਦੀ ਸਾਡੀ ਪੰਜਾਬ ਦੀ ਡੀਰੇਲ ਹੋ ਰਹੀ ਹੈ ਉਹ ਪਟਰੀ ਤੇ ਆਈ ਹੈ। ਸੋ ਮੈਨੂੰ ਤਾਂ ਮਤਲਬ ਇਸ ਤਰ੍ਹਾਂ ਦਾ ਕੋਈ ਲੱਗਿਆ ਨਹੀਂ। ਮੈਂ ਕਈ ਵਾਰੀ ਉਹਨਾਂ ਨਾਲ, ਅਸੀਂ ਠੀਕ ਹੈ ਤੁਹਾਡੀ ਗੱਲ, ਸਾਡਾ ਬੜਾ ਵਾਹ ਇੱਥੇ ਰਿਹਾ, ਅਸੀਂ ਅਕਸਰ ਉਹਨਾਂ ਦੇ ਘਰ ਵੀ ਜਾਂਦੇ ਰਹੇ ਤੇ ਮਤਲਬ ਉਂਝ ਵੀ ਉਹਨਾਂ ਨਾਲ ਗੱਲਬਾਤ ਹੁੰਦੀ ਰਹੀ ਆਫਿਸ 'ਚ ਵੀ, ਤਾਂ ਬਹੁਤ ਸਾਰੇ ਇਸ਼ੂਜ਼ ਵੀ ਡਿਸਕਸ ਕਰਦੇ ਹੁੰਦੇ ਸੀਗੇ। ਜਿਸ ਤਰ੍ਹਾਂ ਘੱਟੋ ਘੱਟ ਆਹੀ ਇੱਕ ਮੈਂ ਤੁਹਾਨੂੰ ਸਭ ਤੋਂ ਵੱਡੀ ਉਦਾਹਰਣ ਦੇਵਾਂ ਤਾਂ ਸਭ ਤੋਂ ਵੱਡੀ ਉਦਾਹਰਣ ਦੇ ਵਿੱਚ ਫ੍ਰੀ ਸਬਸਿਡੀ ਜਿਹੜੀ ਆਪਾਂ ਫ੍ਰੀ ਪਾਵਰ ਸਬਸਿਡੀ ਆਪਾਂ ਦਿੰਦੇ ਹਾਂ ਫਾਰਮਰਸ ਨੂੰ, ਇਸੇ ਤੇ ਗੱਲ ਸੀ। ਤੁਹਾਨੂੰ ਯਾਦ ਹੋਊਗਾ ਪਹਿਲਾਂ 2008-9 ਚ ਵੀ ਉਹਨਾਂ ਨੇ ਇਸੇ ਨੂੰ ਤਰਕਸੰਗਤ ਬਣਾਉਣ ਦੀ ਗੱਲ ਨੂੰ ਲੈ ਕੇ ਜਿਹੜਾ ਉਹਨਾਂ ਦੀ ਪਾਰਟੀ ਤੋਂ ਵਿਦਾਇਗੀ ਹੋ ਗਈ ਸੀਗੀ, ਉਹਨਾਂ ਨੇ ਛੱਡਤੀ ਸੀ ਪਾਰਟੀ, ਤੇ ਉਹੀ ਇਸ਼ੂ ਫਿਰ ਉਸ ਤੋਂ ਬਾਅਦ ਉਹ ਚੱਲਣ ਜਿਹੜਾ ਥੋੜਾ ਜਿਹਾ ਪਿੱਛੇ ਹਟਣ ਲੱਗੇ ਕਿ ਨਹੀਂ ਯਾਰ ਇਹ ਇਸ ਤੇ ਕੋਈ ਗੱਲ ਕਰਨੀ ਬਣਦੀ ਨਹੀਂ, ਲੋਕ ਨਾਰਾਜ਼ ਹੋ ਜਾਂਦੇ ਆ। ਯਾਨੀ ਕਿ ਜਦੋਂ ਤੁਸੀਂ ਕਿਸੇ ਰਿਫਾਰਮਸ ਦੀ ਗੱਲ ਕਰਦੇ ਹੋ ਤਾਂ ਲੋਕਾਂ ਦੀ ਨਾਰਾਜ਼ਗੀ ਦਾ ਫਿਰ ਜੋਖਮ ਲੈਣਾ ਹੀ ਪੈਂਦਾ। ਅਸੀਂ ਇੱਕ ਵਾਰੀ, ਮੈਨੂੰ ਯਾਦ ਹੈ, ਇਹਨਾਂ ਨਾਲ ਗੱਲ ਕਰ ਰਹੇ ਸੀਗੇ ਕਿ 10,000 ਕਰੋੜ ਰੁਪਏ ਦੀ ਮਤਲਬ ਜਿਹੜੀ ਸਾਡੀ ਪਾਵਰ ਸਬਸਿਡੀ ਆਲਮੋਸਟ ਪਹੁੰਚਣ ਵਾਲੀ ਹੋ ਗਈ ਹੈ। ਉਹਦੇ ਵਿੱਚ ਫਾਰਮਰਸ ਤੋਂ ਇਲਾਵਾ ਇੰਡਸਟਰੀ ਦੀ ਵੀ ਉਦੋਂ ਸ਼ਾਮਲ ਸੀਗੀ। ਤਾਂ ਮੈਂ ਇਹਨਾਂ ਨੂੰ ਕਿਹਾ ਵੀ PAU ਨੇ ਇੱਕ ਰਿਪੋਰਟ ਤਿਆਰ ਕੀਤੀ ਹੈ ਵੀ ਪੂਰੇ ਪੰਜਾਬ ਦੇ ਜਿੰਨੇ ਕਿਸਾਨ ਹੈ ਉਹਨਾਂ ਨੂੰ ਸਿਰਫ 100 ਦਿਨ ਬਿਜਲੀ ਚਾਹੀਦੀ ਹੁੰਦੀ ਹੈ, ਬਾਕੀ 265 ਦਿਨ ਤਾਂ ਉਹਨਾਂ ਨੂੰ ਬਿਜਲੀ ਚਾਹੀਦੀ ਨਹੀਂ ਹੁੰਦੀ। ਤੇ ਕਿਉਂ ਨਾ ਜਿਹੜੀ ਹਰ ਮੋਟਰ ਜਿਹੜੀ ਹੈ ਸੋਲਰਾਈਜ਼ ਕਰਾਤੀ ਜਾਏ ਤੇ ਉਹਨੂੰ ਇੱਕ ਗ੍ਰਿਡ 'ਚ ਜੋੜਤਾ ਜਾਏ ਸਾਰੀਆਂ ਮੋਟਰਾਂ ਨੂੰ, ਤੇ ਸਾਰੀ ਜਿਹੜਾ ਫਾਰਮਰ ਤੋਂ ਤੁਸੀਂ ਕੁਝ ਨਾ ਲਓ, ਉਹਨਾਂ ਤੋਂ ਸਿਰਫ ਜਿਹੜੀ ਉਹ 265 ਦਿਨ ਦੀ ਬਿਜਲੀ ਹੈ ਉਹੀ ਤੁਸੀਂ ਆਪਣੀ ਗ੍ਰਿਡ 'ਚ ਐਜ਼ ਫ੍ਰੀ ਲੈ ਲਓ ਤੇ ਇਹਨਾਂ ਨੂੰ ਫ੍ਰੀ ਬਿਜਲੀ ਮਿਲਦੀ ਰਹੇਗੀ, ਤੁਹਾਡੀ ਸਾਰੀ ਪਾਵਰ ਸਬਸਿਡੀ ਬਚ ਜਾਏਗੀ। ਅਸੀਂ ਅਗਰ ਅੱਜ ਕੋਸ਼ਿਸ਼ ਕਰਾਂਗੇ ਤਾਂ ਹੋ ਸਕਦਾ ਹੈ ਕਿ 5 ਸਾਲ ਬਾਅਦ ਅਸੀਂ ਇਸ ਸਥਿਤੀ 'ਚ ਹੋ ਜਾਈਏ ਕਿ ਸਾਨੂੰ ਸਾਡੇ ਐਕਸਚੇਕਰ ਤੇ ਵੀ ਕੋਈ ਭਾਰ ਨਾ ਪਵੇ ਔਰ ਸਾਡੇ ਫਾਰਮਰ ਨੂੰ ਬਿਜਲੀ ਵੀ ਫ੍ਰੀ ਮਿਲਦੀ ਰਹੇ ਜੀ। ਪਰ ਉਹਨਾਂ ਨੇ ਇਸ ਤੇ ਕੋਈ ਵੀ, ਜਿਹਨੂੰ ਕਹਿੰਦੇ ਨਾ, ਪੋਜ਼ਿਟਿਵ ਰਿਸਪੌਂਸ ਨਹੀਂ ਦਿਖਾਇਆ। ਉਹਨਾਂ ਨੇ ਕਿਹਾ ਵੀ ਨਹੀਂ ਇਹ ਸੰਭਵ ਨਹੀਂ ਹੈ। ਮਤਲਬ ਮੈਂ ਇਸ ਵੀ ਇਸ ਤੇ ਘੱਟੋ ਘੱਟ ਆਪਾਂ ਕਦਮ ਤਾਂ ਵਧਾ ਕੇ ਦੇਖੀਏ। ਸਰ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਇਸ਼ੂਜ਼ ਹੈਗੇ ਹੈ, ਚਾਹੇ ਉਹ ਖੁਦ ਜਦੋਂ ਸ਼ਰਾਬ ਦੀ ਜਿਹੜੀ ਪਾਲਿਸੀ ਹੈ ਉਹਨੂੰ ਦੂਜੀਆਂ ਸਟੇਟਾਂ ਨਾਲ ਡਿਸਕਸ ਕਰਨ ਲਈ ਗਏ ਹੋਣ, ਚਾਹੇ ਰੇਤੇ ਵਾਲੀ ਪਾਲਿਸੀ ਨੂੰ ਡਿਸਕਸ ਜਿੱਥੇ ਮਤਲਬ ਕਿ ਸਟੇਟ ਨੂੰ ਫਾਇਦਾ ਹੋ ਸਕਦਾ ਸੀ ਥੋੜੇ ਬਹੁਤ ਰਿਫਾਰਮਸ ਕਰਕੇ, ਉੱਥੇ ਉਹਨਾਂ ਨੇ ਕਦੇ ਵੀ ਕੋਈ ਰਿਸਕ ਜਾਂ ਨਹੀਂ ਲਿਆ। ਹਾਂ ਠੀਕ ਹੈ, ਉਹਨਾਂ ਦੇ ਜਦੋਂ ਤੁਸੀਂ ਜਾਓ ਆਫਿਸ 'ਚ ਤਾਂ ਇਹ ਜ਼ਰੂਰ ਲਿਖਿਆ ਹੁੰਦਾ ਸੀ ਵੀ ਸੌਰੀ ਮੈਂ ਤੁਹਾਨੂੰ ਚਾਹ ਨਹੀਂ ਪਿਲਾ ਸਕਦਾ। ਇੱਕ ਚਾਹ ਨਾ ਪਿਲਾ ਕੇ ਜਿਹੜਾ ਆਪਾਂ ਨੇ ਕਰੋੜਾਂ ਰੁਪਈਆ ਬਚਾਇਆ ਹੈ, ਮੈਨੂੰ ਨਹੀਂ ਪਤਾ ਵੀ ਉਹਦੇ ਨਾਲ ਕਿੰਨਾ ਕੁ ਫਾਇਦਾ ਹੋਇਆ। ਪਰ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਜੀ ਟੋਲ ਟੈਕਸਾਂ ਤੇ ਜਾਂ ਆਪਣੇ ਗੱਡੀਆਂ ਆਪ ਖੁਦ ਚਲਾਉਣਾ, ਦੇਖੋ ਬਹੁਤ ਚੀਜ਼ਾਂ ਹੁੰਦੀਆਂ ਨੇ। ਜਦੋਂ ਤੁਸੀਂ ਬਾਦਲ ਪਿੰਡ ਤੋਂ ਚੰਡੀਗੜ੍ਹ ਗੱਡੀ ਖੁਦ ਚਲਾ ਕੇ ਆਓਗੇ ਤਾਂ ਸਟੇਟ ਨੇ ਤੁਹਾਨੂੰ ਇਸ ਕੰਮ ਲਈ ਨਹੀਂ ਰੱਖਿਆ। ਸਟੇਟ ਨੇ ਤਾਂ ਤੁਹਾਨੂੰ ਵੱਡੇ ਵੱਡੇ ਰਿਫਾਰਮਸ ਦੀਆਂ ਪਾਲਿਸੀ ਬਣਾਉਣ ਵਾਸਤੇ ਰੱਖਿਆ ਹੈ। ਇਸ ਕਰਕੇ ਸਟੇਟ ਇਹ ਬੋਝ ਸਹਿੰਦੀ ਹੈ ਵੀ ਤੁਸੀਂ ਡਰਾਈਵਰ ਰੱਖ ਲਓ, ਤੁਹਾਨੂੰ ਤੁਹਾਡੀ ਸੁਰੱਖਿਆ ਨੂੰ ਕੋਈ ਖਤਰਾ ਨਾ ਹੋਵੇ, ਇਸ ਕਰਕੇ ਤੁਹਾਨੂੰ ਗਨਮੈਨ ਵੀ ਦੇ ਦਿੰਦੇ ਆ। ਪਰ ਤੁਸੀਂ ਵੱਡੇ ਕੰਮਾਂ ਲਈ ਹੋ ਤੇ ਵੱਡੇ ਹੀ ਕੰਮ ਕਰੋ, ਤੇ ਅਸੀਂ ਉਸ ਪਾਸੇ ਨਾ ਜਾ ਕੇ ਦੂਸਰੇ ਪਾਸੇ ਗਏ। ਮੈਂ ਸੁਖਬੀਰ ਬਾਦਲ ਔਰ ਮਨਪ੍ਰੀਤ ਬਾਦਲ ਦੇ ਵਿੱਚ ਇਹੀ ਦੋ ਵੱਡੇ ਡਿਫਰੈਂਸ ਦੇਖਿਆ, ਕਿਉਂਕਿ ਜਦੋਂ ਇਹ ਦੋਨੋਂ ਇਕੱਠੇ ਸੀਗੇ, ਤੁਹਾਨੂੰ ਯਾਦ ਹੋਊਗਾ 2009 ਵਾਲੀ ਦੇ ਵਿੱਚ, ਉਦੋਂ ਇਹੀ ਚੀਜ਼ਾਂ ਮਨਪ੍ਰੀਤ ਬਾਦਲ ਇਸੇ ਗੱਲ ਤੇ ਕਰਦੇ ਹੁੰਦੇ ਸੀ ਵੀ ਇੱਥੇ ਵੀ ਕਟੌਤੀ ਕਰ ਦਿਓ, ਉੱਥੇ ਵੀ ਕਟੌਤੀ ਕਰ ਦਿਓ, ਇੱਥੋਂ ਪੈਸਾ ਬਚਾ ਲਓ, ਉੱਥੋਂ ਪੈਸਾ ਬਚਾ ਲਓ, ਇਹ ਚੀਜ਼ਾਂ ਬਹੁਤ ਕਰਦੇ ਸੀ। ਪਰ ਸੁਖਬੀਰ ਬਾਦਲ ਦਾ ਬਿਲਕੁਲ ਉਲਟਾ ਹੁੰਦਾ ਸੀਗਾ। ਸੁਖਬੀਰ ਬਾਦਲ ਕਹਿੰਦੇ ਸੀ ਵੀ ਨਹੀਂ, ਇੱਥੇ ਵੀ ਖਰਚਾ ਕਰੋ, ਉੱਥੇ ਵੀ ਖਰਚਾ ਕਰੋ। ਜਦੋਂ ਇਹ ਖਰਚਾ ਤੁਸੀਂ ਕਰੋਗੇ ਤਾਂ ਇਹ ਇਕਨੋਮੀ 'ਚ ਪੈਸਾ ਆਊਗਾ ਤੇ ਉਹ ਸਾਨੂੰ ਟੈਕਸਾਂ ਦੇ ਰੂਪ 'ਚ ਵਾਪਸ ਆਊਗਾ। ਤੁਸੀਂ ਆਪਣੇ ਟੈਕਸ ਦੀ ਜਿਹੜੀ ਚੋਰੀ ਹੈ ਉਹਨੂੰ ਪਲੱਗ ਕਰੋ, ਲੇਕਿਨ ਖਰਚੇ ਨੂੰ ਕਰਟੇਲ ਨਾ ਕਰੋ।
ਖਰਚੇ ਨੂੰ ਜਿੰਨਾ ਜ਼ਿਆਦਾ ਕਰੋਗੇ ਉਨਾ ਜ਼ਿਆਦਾ ਸਾਡੇ ਕੋਲੇ ਟੈਕਸ ਰੈਵਨਿਊ ਵਧੇਗਾ। ਸੋ ਇਹ ਦੋਨਾਂ ਦੇ ਵਿੱਚ ਇੱਕ ਡਿਫਰੈਂਸ ਸੀਗਾ, ਮੈਂ ਜਿਹੜਾ ਜੋ ਦੇਖਦਾ ਹੁੰਦਾ ਸੀਗਾ, ਤੇ ਉਹ ਡਿਫਰੈਂਸ ਮੈਨੂੰ ਅੰਤ ਤੱਕ ਵੀ ਦਿਖਾਈ ਦਿੱਤਾ। ਔਰ ਮੈਨੂੰ ਲੱਗਦਾ ਵੀ ਜਿਹੜੀ ਇਕਨੋਮੀ ਦਾ ਫਾਰਮੂਲਾ ਹੈਗਾ, ਇਕਨੋਮੀ ਨੂੰ ਚਲਾਉਣ ਦਾ ਜਿਹੜਾ ਫਾਰਮੂਲਾ ਹੈ, ਉਹ ਹੈ ਵੀ ਇਹ ਹੈ ਕਿ ਜਿੰਨਾ ਅਸੀਂ ਖਰਚਾ ਕਰਦੇ ਹਾਂ ਉਨਾ ਹੀ ਟੈਕਸ ਦੇ ਰੂਪ 'ਚ ਵਾਪਿਸ ਆਉਂਦਾ ਹੈ। ਤੁਹਾਨੂੰ ਯਾਦ ਹੋਊਗਾ ਜਦੋਂ 2009 ਵਾਲੀ ਮੰਦੀ ਆਈ ਸੀ ਤਾਂ ਉਦੋਂ ਇਹੀ ਚੀਜ਼ ਸਭ ਤੋਂ ਇੰਪੋਰਟੈਂਟ ਹੋਈ ਸੀ ਵੀ ਮਨਰੇਗਾ ਨੂੰ ਖੂਬ ਕਰੋ, 50,000 ਕਰੋੜ ਤੋਂ ਉਹਦਾ ਬਜਟ 70,000 ਕਰੋੜ ਕਰਤਾ ਸੀ। ਇਸ ਤਰ੍ਹਾਂ ਹੀ ਜਿਹੜੀ ਜਵਾਹਰ ਲਾਲ ਨਹਿਰੂ ਅਰਬਨ ਰਿਨਿਊਅਲ ਸਕੀਮ ਸੀਗੀ, ਉਹਦੇ ਵਿੱਚ ਵੀ ਬੱਸਾਂ ਸਾਰੇ ਸ਼ਹਿਰਾਂ ਨੂੰ ਫ੍ਰੀ ਉਹ ਦੇਣ ਦੀ ਗੱਲ ਕਰਤੀ ਸੀ ਵੀ ਇਹਨਾਂ ਨੂੰ ਬੱਸਾਂ ਦੋ ਤਾਂ ਕਿ ਇਹ ਬੱਸਾਂ ਚਲਾਉਣ, ਤਾਂ ਕਿ ਇੰਡਸਟਰੀ ਦੇ ਵਿੱਚ ਮਤਲਬ ਜਿਹੜੀ ਖੜੌਤ ਆਈ ਹੈ ਉਹ ਨਾ ਆਏ ਤੇ ਇਕਨੋਮੀ ਚੱਲਣੀ ਸ਼ੁਰੂ ਹੋ ਜਾਏ। ਸੋ ਇਹ ਦੋਨੋਂ ਦਾ ਫਰਕ ਮੈਨੂੰ ਇੱਕ ਨਜ਼ਰ ਆਇਆ ਹੈ ਮਨਪ੍ਰੀਤ ਬਾਦਲ ਤੇ ਸੁਖਬੀਰ ਬਾਦਲ ਹੋਰਾਂ ਦੇ ਵਿੱਚ, ਤੇ ਉੱਥੇ ਮੈਨੂੰ ਸੁਖਬੀਰ ਬਾਦਲ ਜਿਹੜਾ ਜ਼ਿਆਦਾ ਸਹੀ ਦਿਖਾਈ ਦਿੰਦਾ ਜੀ। ਮੈਂ ਕਿਉਂਕਿ ਇਹ ਮਾਮਲਾ ਬਹੁਤ ਅਹਿਮ ਆ ਔਰ ਇਹਦੇ ਉੱਤੇ ਗੱਲ ਹੋਣੀ ਬਣਦੀ ਹੈ ਲਗਾਤਾਰ। ਅਗਲੇ ਮਾਮਲੇ 'ਚ ਜਾਣ ਤੋਂ ਪਹਿਲਾਂ ਜਿਹੜੀ ਗੱਡੀ ਆਪ ਚਲਾਉਣੀ ਜਾਂ ਟੋਲ ਵਾਲੀ ਗੱਲ ਜਾਂ ਬਾਕੀ ਉਹਦੇ ਉੱਤੇ ਜ਼ਰੂਰ ਇੱਕ ਜ਼ਿਕਰ ਕਰਨਾ ਚਾਹੂੰਗਾ। ਕਈ ਵਾਰੀ ਗੱਲਾਂ ਛੋਟੀਆਂ ਹੁੰਦੀਆਂ, ਉਹਨਾਂ ਦੇ ਅਰਥ ਵੱਡੇ ਹੁੰਦੇ ਆ। ਮੈਨੂੰ ਯਾਦ ਹੈ ਦਹਾਕਾ ਪਹਿਲਾਂ ਜਾਂ ਇਸ ਤੋਂ ਵੀ ਪਹਿਲਾਂ ਦੀ ਗੱਲ, ਕੋਈ 2004-05 ਦੀ ਹੋਊਗੀ ਜਾਂ ਉਸ ਤੋਂ ਬਾਅਦ ਦੀ, ਉਦੋਂ ਅਸੀਂ ਨਵਾਂ ਪ੍ਰੋਗਰਾਮ ਦੂਰਦਰਸ਼ਨ ਤੇ ਅੱਜ ਦਾ ਵਿਵਾਦ, ਅੱਜ ਦਾ ਮਸਲਾ ਸ਼ੁਰੂ ਹੋਇਆ ਸੀ। ਮੈਂ ਖਬਰਾਂ ਵੀ ਉੱਥੇ ਪੜ੍ਹਦਾ ਹੁੰਦਾ ਸੀਗਾ, ਤੇ ਇੱਕ ਦਿਨ ਮਨੋਹਰ ਭਾਰਤ ਜਿਹੜੇ ਸਾਡੇ ਪ੍ਰੋਡਿਊਸਰ ਸੀ ਉਹਨਾਂ ਦਾ ਫੋਨ ਆਇਆ, ਜਿਹੜੇ ਬਾਅਦ ਦੇ ਵਿੱਚ ਡਾਇਰੈਕਟਰ ਵਜੋਂ ਰਿਟਾਇਰ ਹੋਏ, ਤੇ ਉਹਨਾਂ ਮੈਨੂੰ ਕਿਹਾ, ਕਹਿੰਦੇ ਜੀ ਕਿੱਥੇ ਆ? ਮੈਂ ਬੜੇ ਹੁੱਬ ਕੇ ਦੱਸਿਆ, ਮੈਂ ਕਿਹਾ ਜੀ ਮੈਂ ਤਾਂ ਮੰਡੀ ਨੂੰ ਜਾਂਦਾ, ਟਰੈਕਟਰ ਤੇ ਬੈਠਾ, ਝੋਨਾ ਲੈ ਕੇ ਜਾ ਰਿਹਾ ਸੀ ਸ਼ਾਇਦ। ਤੇ ਉਹ ਮੈਨੂੰ ਕਹਿੰਦੇ ਵੀ ਯਾਰ ਇਹ ਵੈਸੇ ਜਿਹੜਾ ਕੰਮ 300-400 ਰੁਪਏ ਵਾਲਾ ਬੰਦਾ ਕਰ ਸਕਦਾ, ਤੂੰ 2500 ਰੁਪਏ ਦੀ ਆਪਣੀ 2700 ਰੁਪਏ ਦੀ ਦਿਹਾੜੀ ਕਿਉਂ ਖਰਾਬ ਕੀਤੀ? ਨਾਲੇ ਤੇਰਾ ਚਿਹਰਾ ਜਾਂਦਾ ਲੋਕਾਂ ਕੋਲ। ਮੈਨੂੰ ਲੱਗਿਆ ਉਸ ਤੋਂ ਬਾਅਦ ਕਿ ਜਿਹੜਾ ਕੰਮ ਤੁਸੀਂ ਸਿਰਫ ਐਵੇਂ ਮੁੱਛ ਖੜੀ ਰੱਖਣ ਲਈ ਵੀ ਮੈਂ ਬੜਾ, ਉਹ ਸੈਕੰਡਰੀ, ਚਲੋ ਖੈਰ ਆਪਾਂ ਉਸ ਗੱਲ ਤੇ ਨਹੀਂ ਜਾਂਦੇ। ਪਰ ਭਾਸਕਰ ਸਾਹਿਬ, ਅਸੀਂ ਅਹਿਮ ਮਾਮਲੇ ਤੇ ਜਾਣਾ, ਹੋਰ ਮੈਂ ਮਾਮਲੇ ਤੇ ਕਿ ਅੰਮ੍ਰਿਤਸਰ ਚ ਅਮਿਤ ਸ਼ਾਹ ਨੇ, ਸਾਡੇ ਮੁੱਖ ਮੰਤਰੀ ਸਾਹਿਬ ਪਹੁੰਚ ਚੁੱਕੇ ਨੇ ਦੂਜੇ ਸਟੇਟਾਂ ਦੇ ਮੁੱਖ ਮੰਤਰੀਆਂ ਤੇ ਰਾਜਪਾਲਾਂ ਦਾ ਸਵਾਗਤ ਕਰਨ ਲਈ। ਸਾਡੇ ਚੀਫ ਸੈਕਟਰੀ ਅਨੁਰਾਗ ਬਰਮਾ, ਜਿਨ੍ਹਾਂ ਦੇ ਘਰ ਦੇ ਵਿੱਚ ਸਮੱਸਿਆ ਵੀ ਆਈ ਸੀ, ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋਈ ਸੀ 1 ਤਰੀਕ ਨੂੰ ਕਿਰਿਆ, ਉਹ ਵੀ ਸਭ ਆਪਣੇ ਘਰੇਲੂ ਇਸ ਤਰ੍ਹਾਂ ਦੇ ਮੌਕੇ ਛੱਡ ਕੇ ਤੇ ਆਏ ਹੋਏ ਆ ਇੱਥੇ। ਤੇ ਮੈਂ ਇਹ ਦੇਖ ਰਿਹਾ ਸੀ ਵੀ ਵੈਲਕਮ ਕਰਨਾ, ਮਹਿਮਾਨ ਨਵਾਜੀ, ਉਹ ਤਾਂ ਸਾਡਾ ਪੰਜਾਬੀਆਂ ਦਾ ਸੁਭਾਅ। ਪਰ ਪੰਜਾਬੀ ਖੜਦੇ ਨੇ, ਲੜਦੇ ਨੇ ਆਪਣੇ ਹੱਕਾਂ ਲਈ। ਮੁੱਖ ਮੰਤਰੀ ਕਰਨਗੇ ਜਾਂ ਸਿਰਫ ਮਤਲਬ ਲਓ ਜੀ ਕਰਕੇ ਸਾਰ ਲੈਣਗੇ? ਮੈਂ ਸਭ ਤੋਂ ਵੱਡਾ ਸਵਾਲ ਇਹ ਉਠਾਉਣਾ ਹੈ, ਪਰ ਮੈਂ ਉਸ ਤੋਂ ਪਹਿਲਾਂ ਕੈਨੇਡਾ ਵਾਲੇ ਮਾਮਲੇ ਤੇ ਜਾਣਾ। ਕੈਨੇਡਾ ਵਾਲਾ ਮਾਮਲਾ ਭਾਸਕਰ ਸਾਹਿਬ, ਮੈਨੂੰ ਇਹ ਦੱਸਿਓ, ਉਹ ਕਹਿੰਦੇ ਬੀ ਵਿਜੀਲੈਂਟ, ਆਪਣੇ ਬੰਦਿਆਂ ਨੂੰ ਉਹਨਾਂ ਐਡਵਾਈਜ਼ਰੀ ਜਾਰੀ ਕੀਤੀ ਕਿ ਭਾਰਤ ਵਿੱਚ ਚੌਕਸ ਰਹੋ। ਕੀ ਲੋੜ ਪੈ ਗਈ ਦੁਬਾਰਾ ਪੰਗਾ ਲੈਣ ਦੀ? ਇੱਕ ਐਕਸ਼ਨ ਦੂਜਾ ਰਿਐਕਸ਼ਨ, ਦੂਜਾ ਰਿਐਕਸ਼ਨ ਇੱਕ ਐਕਸ਼ਨ, ਏਦਾਂ ਹੀ ਲਗਾਤਾਰ ਚੱਲੂਗਾ, ਰਿਸ਼ਤੇ ਹੋਰ ਖਰਾਬ ਹੋਣਗੇ। ਦੂਜੀ ਗੱਲ, ਉਹਨਾਂ ਦੇ ਵਿਦੇਸ਼ ਮੰਤਰੀ ਫਿਰ ਕਹਿ ਰਹੇ ਕਿ ਭਾਰਤ ਸਹਿਯੋਗ ਕਰੇ। ਓਵਰਆਲ ਹੋਰ ਕੀ ਆ? ਇੱਕ ਵਾਰੀ ਸਾਂਝ ਪਵਾ ਦਿਓ ਜ਼ਰਾ। ਜਿੱਥੇ ਤੱਕ ਕੈਨੇਡਾ ਤੇ ਇੰਡੀਆ ਦੇ ਰਿਸ਼ਤੇ ਦੀ ਗੱਲ ਹੈਗੀ ਹੈ, ਤਲਖੀ ਤੇ ਆਈ ਹੋਈ ਹੈ ਔਰ ਕਾਫੀ ਦਿਨ ਤੋਂ ਇਹ ਤਲਖੀ ਕੰਟੀਨਿਊ ਹੈ। ਹੁਣ ਕੈਨੇਡਾ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ ਬਿਲ ਬਲੇਅਰ, ਉਹ ਨਵੀਂ ਦਿੱਲੀ ਦੇ ਵਿੱਚ ਸੀਗੇ ਕੱਲ ਉਹਨਾਂ ਨੇ ਕੁਝ ਮੀਡੀਆ ਨੂੰ ਇੰਟਰਵਿਊ ਦੇਣ ਦੇ ਦੌਰਾਨ ਇਹ ਗੱਲ ਤੇ ਮੰਨੀ ਕਿ ਵੀ ਸਾਡੀ ਇੰਡੀਆ ਦੇ ਨਾਲ ਟਾਈ ਜਾਂ ਰਿਸ਼ਤੇ ਬਹੁਤ ਇੰਪੋਰਟੈਂਟ ਨੇ, ਪਰ ਇਹਦੇ ਵਿੱਚ ਇੰਡੀਆ ਨੂੰ ਸਾਨੂੰ ਕੋਆਪਰੇਟ ਕਰਨਾ ਚਾਹੀਦਾ। ਜਿਹੜੀ ਹਰਦੀਪ ਨਿੱਜਰ ਵਾਲੀ ਜਿਹੜਾ ਹੱਤਿਆ ਹੋਈ ਹੈ ਉਸ ਮਾਮਲੇ ਦੇ ਵਿੱਚ, ਔਰ ਨਾਲ ਦੇ ਨਾਲ ਇੱਕ ਆਪਣੀ ਜਿਹੜੀ ਐਡਵਾਈਜ਼ਰੀ ਪਹਿਲੇ ਜਾਰੀ ਕੀਤੀ ਸੀ ਮਨੀਪੁਰ, ਜੰਮੂ ਐਂਡ ਕਸ਼ਮੀਰ ਵਰਗੇ ਇਲਾਕੇ ਦੇ ਵਿੱਚ ਆਪਣੇ ਨਾਗਰਿਕਾਂ ਨੂੰ ਉਹਨਾਂ ਨੇ ਕਿਹਾ ਸੀ ਨਾ ਜਾਓ। ਉਸ ਮੁੱਦੇ ਦੇ ਉੱਤੇ ਇੱਕ ਲਾਈਨ ਐਡ ਕੀਤੀ ਹੈ ਉਸ ਐਡਵਾਈਜ਼ਰੀ ਦੇ ਵਿੱਚ, ਜਦ ਉਹਨਾਂ ਨੇ ਕਿਹਾ ਕਿ ਤੁਸੀਂ ਵਿਜੀਲੈਂਟ ਰਹੋ, ਐਕਸਰਸਾਈਜ਼ ਐਕਸਟਰਾ ਕੌਸ਼ਨ ਇਨ ਦੀ ਕੰਟੈਕਸਟ ਆਫ ਦੀ ਰੀਸੈਂਟ ਡਿਵੈਲਪਮੈਂਟ। ਇਹ ਇੱਕ ਐਡਵਾਈਜ਼ਰੀ ਦੇ ਵਿੱਚ ਜ਼ਰੂਰ ਜਾਰੀ ਕੀਤੀ ਹੈ। ਔਰ ਖਾਸ ਕਰਕੇ ਜਦ ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਨੂੰ ਵੀਜ਼ਾ ਦੇਣ ਦੇ ਉੱਤੇ ਰੋਕ ਲਾਈ ਸੀ, ਉਸ ਤੋਂ ਬਾਅਦ ਲਗਾਤਾਰ ਇਹ ਉਮੀਦ ਸੀਗੀ ਜਾਂ ਲੱਗਦਾ ਸੀਗਾ ਕਿ ਕੈਨੇਡਾ ਦਾ ਇਸ ਮਾਮਲੇ ਦੇ ਉੱਤੇ ਕੀ ਰਿਸਪੌਂਸ ਹੋਏਗਾ। ਰਿਸਪੌਂਸ ਇੱਦਾਂ ਦਾ ਹੈ, ਪਰ ਤਲਖੀ ਵਧੀ ਹੋਈ ਹੈ। ਔਰ ਕੱਲ ਜਲੰਧਰ ਦੇ ਵਿੱਚ ਇੱਕ ਕੈਨੇਡਾ ਦੇ ਵਿੱਚ ਹੀ ਸਰੀ ਵਿੱਚ ਰਹਿਣ ਵਾਲੇ ਇੱਕ NGO ਚਲਾਉਣ ਵਾਲੇ ਸੁਖੀ ਬਾਠ, ਉਹ ਜਲੰਧਰ ਦੇ ਵਿੱਚ ਆਏ ਸੀ। ਉਹਨਾਂ ਨੇ ਕਿਸੇ ਤੌਰ ਤੇ ਭਾਸਕਰ ਸਾਹਿਬ, ਇਹ ਸੁਖੀ ਬਾਠ ਉਹੀ ਨੇ ਜਿਹੜੇ ਉੱਥੇ ਪੰਜਾਬੀ ਭਵਨ ਜਿਨ੍ਹਾਂ ਨੇ ਬਣਾਇਆ ਹੋਇਆ, ਜਿੱਥੇ ਸਾਹਿਤਕ ਸਰਗਰਮੀਆਂ ਹੁੰਦੀਆਂ, ਕਲਚਰਲ ਸਰਗਰਮੀਆਂ ਹੁੰਦੀਆਂ, ਇਹ ਪੰਜਾਬੀ ਦੇ ਪਸਾਰ ਲਈ, ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੇ ਪਸਾਰ ਲਈ ਲੱਗੇ ਹੋਇਆ। ਸਾਡੇ ਸਾਰੇ ਵਿਦਵਾਨ, ਸਾਡੇ ਸਾਰੇ ਲੇਖਕ, ਸਾਡੇ ਸਾਰੇ ਬੁੱਧੀਜੀਵੀ ਉਹ ਉੱਥੇ ਜਾਂਦੇ ਆ ਉਹਨਾਂ ਕੋਲ, ਔਰ ਹਰ ਮਹੀਨੇ ਕਈ ਵਾਰੀ ਮੇਲੇ ਲੱਗਦੇ ਆ। ਜਿਹਨੂੰ ਵੀ ਲੋੜ ਪੈਂਦੀ ਆ ਉਹ ਪੰਜਾਬੀ ਭਵਨ ਸਾਰਿਆਂ ਲਈ ਹਾਜ਼ਰ ਹੈ।
ਜਿਵੇਂ ਲੁਧਿਆਣੇ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਸਾਡੇ ਕੋਲ ਸਹੂਲਤਾਂ ਮੌਜੂਦ ਨੇ, ਪਰ ਉਹਨਾਂ ਨੇ ਵਿਦੇਸ਼ ਦੀ ਧਰਤੀ ਤੇ, ਔਰ ਬੰਦੇ ਵਧੀਆ ਨੇ, ਜੇ ਕੁਝ ਕਹਿ ਰਹੇ ਨੇ ਤਾਂ ਉਹਦੇ ਅਰਥ ਨੇ। ਹਾਂਜੀ ਜੀ ਬਿਲਕੁਲ, ਉਹ ਜੋ ਕੁਝ ਉਹਨਾਂ ਨੇ ਕੱਲ ਆਪਣੇ ਇੱਕ ਇੰਟਰਵਿਊ ਦੌਰਾਨ ਕਹੀ ਹੈ ਗੱਲ, ਉਹਨਾਂ ਨੇ ਸਟੂਡੈਂਟਸ ਜਿਹੜੇ ਪੰਜਾਬ ਤੋਂ ਬਾਹਰ ਜਾ ਰਹੇ ਨੇ, ਕੈਨੇਡਾ ਜਾ ਰਹੇ ਨੇ, ਉਹਨਾਂ ਨੂੰ ਇੱਕ ਜ਼ਰੂਰ, ਪੇਰੈਂਟਸ ਨੂੰ ਵੀ ਤੇ ਸਟੂਡੈਂਟਸ ਨੂੰ ਵੀ ਇੱਕ ਐਡਵਾਈਸ ਦਿੱਤੀ ਹੈ, ਜੇ ਤੁਹਾਡੇ ਕੋਲ ਫੀਸ ਜਾਂ ਬਾਕੀ ਖਰਚਿਆਂ ਤੋਂ ਇਲਾਵਾ 50 ਲੱਖ ਰੁਪਏ ਹੈਗੇ ਨੇ ਸਪੇਅਰ, ਤੇ ਤਾਂ ਜਾਓ, ਕਿਉਂਕਿ ਕੈਨੇਡਾ ਦੇ ਵਿੱਚ ਇਕਨੋਮੀ ਦੇ ਹਾਲਾਤ ਕੋਈ ਚੰਗੇ ਨਹੀਂ ਹੈਗੇ। ਔਰ ਜਿਸ ਤਰੀਕੇ ਨਾਲ ਬੱਚਿਆਂ ਦੇ ਨਾਲ ਅਤਿਆਚਾਰ ਹੋ ਰਿਹਾ, ਔਰ ਉਹਨਾਂ ਨੂੰ ਜਿਸ ਦੌਰ ਤੋਂ ਨਿਕਲਣਾ ਪੈ ਰਿਹਾ, ਉਹਦੇ ਵਾਸਤੇ ਇੱਕ ਐਡਵਾਈਸ ਜਾਰੀ ਕੀਤੀ ਹੈ। ਔਰ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਮਕਾਨ ਮਾਲਿਕ ਜਿਹੜੇ ਕੈਨੇਡਾ ਦੇ ਵਿੱਚ ਹੈਗੇ ਆ, ਜਿਸ ਤਰੀਕੇ ਨਾਲ ਉਹ ਸ਼ੋਸ਼ਣ ਕਰ ਰਹੇ ਨੇ ਇਹਨਾਂ ਸਟੂਡੈਂਟਸ ਦਾ, ਉਹਦੇ ਉੱਤੇ ਉਹਨਾਂ ਨੇ ਕੈਨੇਡੀਅਨ ਗਵਰਨਮੈਂਟ ਨੂੰ ਵੀ ਇੱਕ ਹੈਲਪਲਾਈਨ ਜਾਰੀ ਕਰਨ ਵਾਸਤੇ ਕਿਹਾ ਜ਼ਰੂਰ ਹੈ, ਪਰ ਹਜੇ ਤੱਕ ਨਹੀਂ ਮੰਨੀ। ਪਰ ਜਿਸ ਤਰੀਕੇ ਨਾਲ ਸਾਡੇ ਖਰਾਬ ਹੋਏ ਨੇ ਰਿਸ਼ਤੇ, ਉਹਨਾਂ ਮੁੱਦਿਆਂ ਦੇ ਉੱਤੇ ਇਹ ਇੱਕ ਐਡਵਾਈਸ ਬੜੀ ਇੰਪੋਰਟੈਂਸ ਰੱਖਦੀ ਹੈ, ਔਰ ਖਾਸ ਕਰਕੇ ਉਹਨਾਂ ਸਟੂਡੈਂਟਸ, ਉਹਨਾਂ ਪੇਰੈਂਟਸ ਵਾਸਤੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਹੈ। ਔਰ ਜੇ ਗੱਲ ਕਰੀਏ SGPC ਦੀ, ਤੇ ਕੱਲ SGPC ਨੇ ਵੀ ਟਰੂਡੋ ਸਾਹਿਬ ਦੀ ਉਹ ਸਟੇਟਮੈਂਟ ਨੂੰ ਇੱਕ ਤਰੀਕੇ ਨਾਲ ਐਨਾਲਾਈਜ਼ ਕਰਨ ਦੀ ਤਿਆਰੀ ਕੀਤੀ ਹੈ ਵੀ ਟਰੂਡੋ ਸਾਹਿਬ ਨੇ ਕਿਹਾ ਕੀ ਹੈ। ਮੈਨੂੰ ਲੱਗਦਾ ਬੜੀ ਅਜੀਬ ਜੀ ਗੱਲ ਹੈਗੀ ਹੈ ਕਿ SGPC ਦੀ ਐਗਜ਼ੀਕਿਊਟਿਵ ਪੈਨਲ ਨੇ ਟਰੂਡੋ ਸਾਹਿਬ ਦੀ ਸਟੇਟਮੈਂਟ ਨੂੰ ਹੀ ਐਨਾਲਾਈਜ਼ ਕਰਨਾ ਹੈ, ਉਹ ਵੀ ਇੰਨੇ ਦਿਨਾਂ ਤੋਂ ਬਾਅਦ, ਜਦ ਤਲਕੀ ਦਾ ਦੌਰ ਕਰੀਬ ਹਫ਼ਤੇ ਤੋਂ ਲਗਾਤਾਰ ਚੱਲ ਰਿਹਾ ਹੈ। ਔਰ ਇੱਕ ਬ੍ਰਿਟੇਨ ਤੋਂ ਖਬਰ ਆਈ ਹੈ, ਜਦ ਬ੍ਰਿਟੇਨ ਸਰਕਾਰ ਨੇ ਇੰਡੀਅਨ ਗਵਰਨਮੈਂਟ ਦੇ ਐਕਸ਼ਨ ਲੈਣ ਦੀ ਰਿਕੁਐਸਟ ਦੇ ਉੱਤੇ ਐਕਸ਼ਨ ਲੈਂਦੇ ਹੋਏ 22 ਦੇ ਕਰੀਬ ਪਾਕਿਸਤਾਨੀ ਨੈਸ਼ਨਲ ਨੂੰ ਗਿਲਟੀ ਕਰਾਰ ਦਿੱਤਾ ਹੈ, ਔਰ ਇੰਡੀਆ ਵਿਰੁੱਧ ਐਕਟੀਵਿਟੀਜ਼ ਦੇ ਪ੍ਰਤੀ ਸਖਤ ਹੋਣ ਦਾ ਇੱਕ ਸਬੂਤ ਵੀ ਦਿੱਤਾ ਹੈ। ਚਲੋ ਅੱਗੇ ਚੱਲ ਕੇ ਸਾਡੇ ਕੈਨੇਡਾ ਦੇ ਨਾਲ ਕਿਸ ਤਰੀਕੇ ਨਾਲ ਰਿਸ਼ਤੇ ਸੁਧਰਦੇ ਨੇ, ਇਹ ਤੇ ਹਜੇ ਬਾਅਦ ਚ ਪਤਾ ਲੱਗੇਗਾ। ਪਰ ਹਾਂ, ਇਹਨਾਂ ਰਿਸ਼ਤਿਆਂ ਦਾ ਅਸਰ ਕੁਮੰਤਰੀਏ ਪੱਧਰ ਦੇ ਉੱਤੇ ਵੈਸਟਰਨ ਕੰਟਰੀਜ਼ ਦੇ ਨਾਲ ਇੰਡੀਆ ਦੇ ਰਿਸ਼ਤਿਆਂ ਦੇ ਉੱਤੇ ਵੀ ਅਸਰ ਪੈ ਸਕਦਾ ਹੈ, ਇਹ ਵੀ ਗੱਲ ਸਾਹਮਣੇ ਆ ਰਹੀ ਜੀ। ਔਰ ਇਹ ਬਿਲ ਬਲੇਅਰ ਜਿਹੜੇ ਸੀਗੇ, ਇਹ CBC ਨੂੰ ਇੰਟਰਵਿਊ ਕੱਲ ਦੇ ਰਹੇ ਸੀਗੇ, ਟੋਰਾਂਟੋ ਤੋਂ ਏਜੰਸੀ ਦੀ ਇਹ ਖਬਰ ਸੀਗੀ। ਔਰ ਇੰਦਰਪ੍ਰੀਤ ਜੀ, ਆਪਾਂ ਤੁਰੰਤ ਪ੍ਰਭਾਵ ਨਾਲ ਅੱਗੇ ਵਧਦੇ ਹਾਂ, ਸਮੇਂ ਦੀ ਬੜੀ ਕਿੱਲਤ ਹੋ ਗਈ ਹੈ ਹੁਣ। ਤੁਰੰਤ ਮੈਂ ਅੱਜ ਅੰਮ੍ਰਿਤਸਰ ਦੇ ਵਿੱਚ ਜਿਹੜੀ ਇਹ ਮੀਟਿੰਗ ਹੈ ਉੱਤਰੀ ਜ਼ੋਨਲ ਕੌਂਸਲ ਦੀ, ਇਹਦੇ ਵਿੱਚ, ਕਿਉਂਕਿ ਪਿਛਲੀ ਜੈਪੁਰ ਵਾਲੀ ਮੀਟਿੰਗ ਨੂੰ ਮੈਂ ਸਾਰਾ ਖੰਗਾਲਦਾ ਪਿਆ ਸੀਗਾ, ਜਿਹੜੀ ਪਿਛਲੇ ਸਾਲ ਜੁਲਾਈ 'ਚ ਹੋਈ ਸੀਗੀ, ਤੇ ਉਸ ਤੋਂ ਬਾਅਦ ਇਹਦੇ ਕੋਈ ਬਹੁਤ ਸਾਰਥਕ ਨਤੀਜੇ ਕਦੇ ਆਉਂਦੇ ਨਹੀਂ, ਐਵੇਂ ਕਦੇ ਕਦੇ ਤਾਂ ਰਸਮ ਹੀ ਲੱਗਦੀ ਹੈ। ਪਰ ਕਈ ਵਾਰੀ ਜੇਕਰ ਤੁਸੀਂ ਸ਼ਿੱਦਤ ਨਾਲ ਮਾਮਲੇ ਉਠਾਓ, ਹਰਿਆਣੇ ਨੇ ਵੀ ਆਪਣੀ ਤਿਆਰੀ ਕੀਤੀ ਹੋਈ ਹੈ, ਅੱਜ ਇੱਕ ਖਬਰ ਪ੍ਰਕਾਸ਼ਿਤ ਹੋਈ ਹੈ। ਔਰ ਪੰਜਾਬ ਦੇ ਨਜ਼ਰੀਏ ਤੋਂ ਮੁੱਖ ਮੰਤਰੀ, ਜੇਕਰ ਇੱਕ ਅਖਬਾਰ ਸਮੂਹ ਦੇ ਸਟੋਰੀ ਨੂੰ ਦੇਖੀਏ, ਮਤਲਬ ਇੰਜ ਲੱਗਦਾ ਜਿਵੇਂ ਗਵਰਨਮੈਂਟ ਦੇ ਐਂਗਲ ਤੋਂ ਹੀ ਉਹ ਖਬਰ ਬਾਹਰ ਨਿਕਲ ਕੇ ਆਈ ਆ ਕਿ ਅਸੀਂ ਤਿਆਰੀ ਕਰ ਲਈ ਆ, ਚੰਡੀਗੜ੍ਹ ਨੂੰ ਲੈ ਕੇ, ਪਾਣੀਆਂ ਨੂੰ ਲੈ ਕੇ, ਭਖਤ ਦੇ ਮੁੱਦਿਆਂ ਤੇ ਮੁੱਖ ਮੰਤਰੀ ਗਹਿ ਕੱਚ ਲੜਾਈ ਲੜਨਗੇ, ਇੰਜ ਲੱਗਿਆ। ਪਰ ਏਜੰਡਾ ਕੀ ਕਹਿ ਰਿਹਾ? ਕਿਉਂਕਿ ਹਰ ਚੀਜ਼ ਏਜੰਡੇ ਤੇ ਬੇਸਡ ਹੁੰਦੀ ਹੈ। ਕੇਂਦਰ ਜਾਂ ਇਹ ਕੌਂਸਲ ਜਿਹੜੀ ਆ, ਇਹ ਏਜੰਡਾ ਮੰਗਦੀ ਹੈ ਪਹਿਲਾਂ ਸਾਰੇ ਰਾਜਾਂ ਤੋਂ, ਜਾਂ ਜਿੰਨੇ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਪੰਜਾਬ ਦੇ ਰਾਜਪਾਲ ਵੀ ਹੋਣਗੇ, ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਸਕਸੇਨਾ ਸਾਹਿਬ ਹੋਣਗੇ, ਦਿੱਲੀ ਵਾਲੇ ਕੇਜਰੀਵਾਲ ਸਾਹਿਬ ਨਹੀਂ ਹੁੰਦੇ ਕਿ ਜ਼ਿਆਦਾ ਪਾਵਰਫੁਲ ਬੰਦਾ, ਇਹ ਵੀ ਸਾਰੇ ਸਵਾਲ ਉੱਠਣਗੇ। ਮੈਨੂੰ ਇਹ ਜ਼ਰੂਰ ਦੱਸਿਓ ਕਿ ਜੇਕਰ ਏਜੰਡਾ ਕੋਈ ਹੋਵੇ ਤਾਂ ਉਹ ਏਜੰਡਾ ਤਰਜੀਹੀ ਤੌਰ ਤੇ ਪ੍ਰਵਾਨ ਹੁੰਦਾ ਹੈ, ਜਾਂ ਉਹਦੇ ਉੱਤੇ ਡਿਸਕਸ਼ਨ ਜ਼ਿਆਦਾ ਅਹਿਮ ਹੁੰਦੀ ਹੈ? ਜੇ ਕੋਈ ਫੁਟਕਲ ਮਿਸਲੇਨੀਅਸ ਹਟਾਉਣਾ ਚਾਹਵੇ, ਮੰਨ ਲਓ ਚੰਡੀਗੜ੍ਹ, ਮੈਂ ਤੁਹਾਨੂੰ ਪੁੱਛਣਾ ਹੀ ਚਾਹੁੰਦਾ, ਅਖਬਾਰ ਸਮੂਹ ਦੀ ਉਸ ਰਿਪੋਰਟ ਅਨੁਸਾਰ ਤਾਂ ਇਹ ਹੈ ਕਿ ਚੰਡੀਗੜ੍ਹ ਤੇ ਤਿਆਰੀ ਕੀਤੀ ਗਈ ਹੈ, ਪਰ ਕੀ ਇਹਨੂੰ ਏਜੰਡੇ ਦਾ ਹਿੱਸਾ ਬਣਾਇਆ ਗਿਆ? ਕੀ ਕਹਿੰਦੇ ਰੰਧਾਵਾ ਸਾਹਿਬ? ਜਿਹੜੀ ਭਾਸਕਰ ਸਾਹਿਬ ਨੇ ਪਹਿਲਾਂ ਕੈਨੇਡਾ ਵਾਲਾ ਸਾਰਾ ਐਪੀਸੋਡ ਦਾ ਉਹ ਦਿੱਤਾ ਹੈ, ਮੈਂ ਜਸਟ ਇੱਕ ਇਨਫੋਰਮੇਸ਼ਨ ਹੀ ਸਾਂਝੀ ਕਰਨੀ ਹੈ ਕਿ ਹੁਣੀ ਖਬਰ ਫਲੈਸ਼ ਹੋਈ ਹੈ 15-20 ਮਿੰਟ ਪਹਿਲਾਂ, ਕਿ ਉੱਥੇ ਭਾਰਤੀ ਦੂਤਾਵਾਸ ਦੇ ਸਾਹਮਣੇ ਫਿਰ ਪ੍ਰਦਰਸ਼ਨ ਕੀਤਾ ਹੈ। ਜਿਹੜੇ ਆਪਾਂ 2 ਦਿਨ ਤੋਂ ਗੱਲ ਕਰ ਹੀ ਰਹੇ ਸੀਗੇ ਕਿ 25 ਤਰੀਕ ਨੂੰ ਪ੍ਰਦਰਸ਼ਨ ਹੈਗਾ, ਤੇ ਉਹ ਪ੍ਰਦਰਸ਼ਨ ਅੱਜ ਹੋਇਆ ਉੱਥੇ, ਕੱਲ ਹੋਇਆ, ਮਤਲਬ ਕਿ ਸਾਡੇ ਲਈ ਤਾਂ ਕੱਲ ਹੈ, ਕੱਲ ਹੋਇਆ ਉੱਥੇ। ਤੇ ਜ਼ਿਆਦਾ ਨਹੀਂ, ਜੋ ਅਖਬਾਰੀ ਰਿਪੋਰਟ ਹੈ ਉਹਦੇ ਅਨੁਸਾਰ ਤਾਂ ਸਿਰਫ 30 ਬੰਦੇ ਉੱਥੇ ਆਏ ਨੇ। ਇਹਦਾ ਮਤਲਬ ਦਬਾਅ ਤਾਂ ਕਿਤੇ ਨਾ ਕਿਤੇ ਉੱਥੇ ਵੀ ਹੈ, ਇੰਡੀਅਨ ਗਵਰਨਮੈਂਟ ਦਾ ਵੀ, ਤੇ ਜਿਹੜਾ ਉਹਨਾਂ ਦੇ ਵੀ ਪਾਇਆ, ਉਹਦਾ ਦਬਾਅ ਤਾਂ ਹੈ। ਤੇ ਇਸ ਕਰਕੇ ਜ਼ਿਆਦਾ ਬੰਦੇ ਤਾਂ ਦਿਖ ਨਹੀਂ ਰਹੇ। ਮੈਂ ਪ੍ਰਦਰਸ਼ਨ ਦੀਆਂ ਫੋਟੋਆਂ ਵੀਡੀਓਜ਼ ਦੇਖ ਰਿਹਾ ਸੀਗਾ, ਉਹਦੇ ਚ ਬੰਦੇ ਜ਼ਿਆਦਾ ਨਹੀਂ ਹੈ, ਜ਼ਿਆਦਾ ਤੋਂ ਜ਼ਿਆਦਾ 30 ਬੰਦੇ ਹੋਣੇ ਆ। ਸੋ ਇਹ, ਲੇਕਿਨ ਮੈਂ ਫਿਰ ਉਸ ਗੱਲ ਤੇ ਜਾਣਾ ਵੀ ਇਹ ਤਲਖੀ ਨੂੰ ਵਧਾਉਣ ਵਾਲੀ ਹੈ। ਅਸਲ ਚ ਹੋਣਾ ਤਾਂ, ਜਦੋਂ ਅਸੀਂ ਰਿਸੈਸ਼ਨ ਦੀ ਗੱਲ ਕਰ ਰਹੇ ਹਾਂ, ਤਾਂ ਹੋਣਾ ਤਾਂ ਚਾਹੀਦਾ ਵੀ ਰਿਸ਼ਤੇ ਪ੍ਰਗਾੜ ਹੋਣ, ਪਰ ਇਹ ਤਾਂ ਦੂਜੇ ਪਾਸੇ ਵੱਲ ਨੂੰ ਹਜੇ ਵੀ ਚੱਲੀ ਜਾ ਰਿਹਾ ਹੈ। ਚਲੋ ਇਹਦਾ ਇੱਕ ਸੈਪਰੇਟ ਇਸ਼ੂ ਹੈ, ਹੋ ਜਾਏਗਾ ਹੱਲ ਹੌਲੀ ਹੌਲੀ। ਦੂਜੀ ਗੱਲ ਜਿਹੜੀ ਇਹਦੇ ਚ ਇੰਦਰਪ੍ਰੀਤ ਜੀ, ਇੱਕ ਅਹਿਮ ਸਵਾਲ ਇਹ ਹੈ ਕਿ ਜਦੋਂ ਰੈਫਰੈਂਡਮ ਹੋਇਆ 2 ਵਾਰੀ 2-3 ਥਾਵਾਂ ਤੇ, ਉਦੋਂ ਤਾਦਾਦ ਲੋਕਾਂ ਦੀ ਬਹੁਤ ਸੀ,
ਪਹਿਲੇ ਪ੍ਰਦਰਸ਼ਨਾਂ 'ਚ ਲੋਕ ਬਹੁਤ ਸੀ। ਇਹਦਾ ਮਤਲਬ ਕੈਨੇਡੀਅਨ ਗਵਰਨਮੈਂਟ ਨੇ ਵੀ ਇhtiyਾਤ ਵਰਤੀ ਆ, ਲੋਕ ਵੀ ਨਹੀਂ ਗਏ, ਰਿਸਕ ਨਹੀਂ ਲੈਣਾ ਚਾਹੁੰਦੇ ਕਿ ਕੱਲ ਨੂੰ ਸਾਨੂੰ ਬਲੈਕ ਲਿਸਟ ਕਰਤਾ ਜਾਵੇ। ਅਸੀਂ ਕਿਉਂਕਿ ਜੋ NIA ਤੇ ਬਾਕੀ ਏਜੰਸੀਆਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਦਰਸ਼ਨਾਂ ਦੌਰਾਨ ਉਗਰ ਹੋਏ ਲੋਕ ਜਿਨ੍ਹਾਂ ਨੇ ਝੰਡਾ ਪਾੜਨ ਦੀ ਕੋਸ਼ਿਸ਼ ਕੀਤੀ ਜਾਂ ਕੰਧਾਂ ਟੱਪੀਆਂ ਜਾਂ ਹੋਰ ਕੁਝ ਕੀਤਾ, ਉਹਨਾਂ ਦੇ ਚਿਹਰੇ ਜਿਹੜੇ ਉਹਨਾਂ ਦੇ ਆਧਾਰ ਤੇ ਉਹਨਾਂ ਨੂੰ ਬਲੈਕਲਿਸਟ ਕੀਤਾ ਜਾ ਰਿਹਾ। ਇਹ ਖਬਰਾਂ ਤੋਂ ਬਾਅਦ ਲੋਕ ਥੋੜੇ ਸਤਰਕ ਹੋਏ ਨੇ, ਇਹ ਗੱਲ ਅਹਿਮ ਆ। ਔਰ ਦੂਜੇ ਬੰਨੇ ਭਾਰਤ ਔਰ ਕੈਨੇਡਾ ਦੇ ਰਿਸ਼ਤਿਆਂ ਨੂੰ ਦਰੁਸਤ ਕਰਨ 'ਚ ਸ਼ਾਇਦ ਕੈਨੇਡੀਅਨ ਗਵਰਨਮੈਂਟ ਵੀ ਇਹ ਸੋਚ ਰਹੀ ਹੈ ਕਿ ਉਹਨਾਂ ਦੀਆਂ ਜਿਹੜੇ ਐਂਬੈਸਡਰ ਨੇ, ਐਂਬੈਸੀਆਂ ਨੇ, ਉਹਨਾਂ ਦੇ ਖਿਲਾਫ, ਉਹਨਾਂ ਦੇ ਦੁਆਲੇ ਜਿਹੜਾ ਸੁਰੱਖਿਆ ਘੇਰਾ ਹੋਰ ਤਗੜਾ ਕੀਤਾ ਜਾਵੇ। ਸ਼ਾਇਦ ਇਹ ਵੀ ਇੱਕ ਕਾਰਨ ਰਿਹਾ ਹੋਊਗਾ। ਹੁਣ ਤੁਸੀਂ ਆਓ, ਚੰਡੀਗੜ੍ਹ ਪੰਜਾਬ ਦਾ ਕਿ ਨਹੀਂ ਪੰਜਾਬ ਦਾ ਏਜੰਡੇ 'ਚ ਹੈ, ਇਹਦੇ ਉੱਤੇ ਮੁੱਖ ਮੰਤਰੀ ਜੇ ਲੜਨਗੇ, ਕਿੱਦਾਂ ਲੜਨਗੇ? ਦੱਬਵੀਂ ਸੁਰ 'ਚ ਬੋਲਣਗੇ ਜਾਂ ਖੁੱਲ ਕੇ ਕਹਿਣਗੇ? ਰੰਧਾਵਾ ਸਾਹਿਬ ਦੇਖੋ, ਜਿਹੜਾ ਜਿੰਨਾ ਕੁ ਏਜੰਡਾ ਮੈਂ ਦੇਖਿਆ ਸੀਗਾ ਉਹਦੇ ਵਿੱਚ ਪੰਜਾਬ ਵੱਲੋਂ ਜਿਹੜਾ ਸਭ ਤੋਂ ਜਿਹੜੇ ਇੰਪੋਰਟੈਂਟ ਇਸ਼ੂਜ਼ ਨੇ ਉਹ ਪੰਜਾਬ ਦੇ ਪਾਣੀਆਂ ਦੇ ਉੱਤੇ ਹੀ ਨੇ। ਚਾਹੇ ਉਹ ਉਜ ਦਰਿਆ ਵਾਲਾ ਮਸਲਾ ਹੋਵੇ, ਉਸ ਤੇ ਡੈਮ ਬਣਾਉਣ ਦਾ ਮਸਲਾ ਹੋਵੇ, ਚਾਹੇ ਰਾਜਸਥਾਨ ਔਰ ਹਰਿਆਣਾ ਵੱਲੋਂ ਐਡੀਸ਼ਨਲ ਪਾਣੀ ਮੰਗਣ ਦਾ ਮਸਲਾ ਹੋਵੇ, ਚਾਹੇ SYL ਵਾਲਾ ਮਸਲਾ ਹੋਵੇ, ਇਹ ਸਾਰੇ ਮਸਲੇ ਜਿੰਨੇ ਵੀ ਹੈਗੇ ਨੇ ਇਹ ਸਾਰੇ ਪ੍ਰਮੁੱਖਤਾ ਨਾਲ ਉਠਾਏ ਜਾਣੇ ਨੇ, ਏਜੰਡੇ ਦਾ ਪਾਰਟ ਨੇ। ਯਾਨੀ ਕਿ ਇਸ ਤੇ ਡਿਸਕਸ਼ਨ ਹੋਏਗੀ ਔਰ ਇੱਕ ਇੱਕ ਏਜੰਡਾ ਲੈ ਕੇ ਉਸ ਤੇ ਅੱਗੇ ਵਧਿਆ ਜਾਏਗਾ। ਇਹ ਤਾਂ ਮੇਨ ਨੇ। ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਚੰਡੀਗੜ੍ਹ ਦਾ ਇਸ਼ੂ ਵੀ ਉਠਾਣਾ ਹੈ, ਉਹ ਕੋਈ ਇੱਕ ਮੁੱਖ ਮੰਤਰੀ ਅਲੱਗ ਤੌਰ ਤੇ ਸਪੀਚ ਵੀ ਦਿੰਦੇ ਆ ਜਿਹੜੀ ਉਹਨਾਂ ਦੀ ਤਿਆਰ ਹੁੰਦੀ ਹੈ, ਉਹਦੇ ਵਿੱਚ ਇਹ ਪਾਇਆ ਹੋਇਆ ਕਿ ਚੰਡੀਗੜ੍ਹ ਦੇ ਵਿੱਚ ਦੇਖੋ ਦੋ ਇਸ਼ੂ ਨੇ। ਇੱਕ ਤਾਂ ਚੰਡੀਗੜ੍ਹ ਅਸੀਂ ਲੈਣਾ, ਪੰਜਾਬ ਨੂੰ ਪੰਜਾਬ ਦੀ ਰਾਜਧਾਨੀ ਮਿਲੇ, ਇਹ ਇੱਕ ਇਸ਼ੂ ਹੈ। ਦੂਜਾ ਜਿਹੜਾ ਹਰਿਆਣਾ ਵਿਧਾਨ ਸਭਾ ਲਈ ਇੱਥੇ 10 ਏਕੜ ਜ਼ਮੀਨ ਅਲੱਗ ਤੋਂ ਮੰਗ ਰਿਹਾ ਹੈ, ਤੇ ਉਹ ਜਿਹੜਾ ਇੱਕ ਉਹ ਵੀ ਇੰਟਰਸਟੇਟ ਇਸ਼ੂ ਹੈ, ਉਹ ਉਸ ਤੇ ਅਸੀਂ ਵਿਰੋਧ ਵੀ ਕੀਤਾ ਹੋਇਆ ਹੈ। ਉਹ ਵਾਲਾ ਇਸ਼ੂ ਵੀ ਜਿਹੜਾ ਹੈਗਾ ਉਹ ਇਹਦੇ ਵਿੱਚ ਲਿਆ ਜਾਣਾ ਹੈ। ਹਜੇ ਤੱਕ ਉਸ ਤੇ ਗੱਲ ਹੋਈ ਨਹੀਂ ਹੈ। ਹਜੇ ਤੱਕ ਜਿਹੜੀ ਉਹਨਾਂ ਨੇ UT ਸੈਕਟਰੀਏਟ ਨੇ ਜਿਹੜਾ ਕਿਹਾ ਹੋਇਆ ਕਿ ਜਿਹੜੀ ਤੁਸੀਂ ਸਾਨੂੰ ਜ਼ਮੀਨ ਦੇ ਰਹੇ ਹੋ ਉਹ ਤਾਂ এনवायरमेंट ਜ਼ੋਨ ਦੇ ਵਿੱਚ ਹੈ, ਸਾਨੂੰ ਕੋਈ ਹੋਰ ਦਿਓ, ਇਹ ਅਜੇ ਇਸ਼ੂ ਫਸਿਆ ਹੋਇਆ। ਤੇ ਹੋ ਸਕਦਾ ਕਿ ਅੱਜ ਇਸ ਤੇ ਵੀ ਗੱਲ ਉੱਥੇ ਹੋਵੇ, ਹਰਿਆਣਾ ਵੀ ਕਰੇਗਾ, UT ਵੀ ਕਰੇਗਾ ਔਰ ਪੰਜਾਬ ਵੀ ਕਰੇਗਾ। ਸੋ ਇਹ ਗੱਲ ਅਨੌਪਚਾਰਿਕ ਤੌਰ ਤੇ ਤਾਂ ਹੋ ਸਕਦੀ ਹੈ, ਲੇਕਿਨ ਮੈਨੂੰ ਲੱਗਦਾ ਕਿ ਏਜੰਡੇ ਦਾ ਪਾਰਟ ਨਹੀਂ ਹੈਗਾ। ਤੀਜੀ ਗੱਲ ਜਿਹੜੀ ਸਾਡੇ ਲਈ ਇੰਪੋਰਟੈਂਟ, ਹੋਰ ਵੀ ਬਹੁਤ ਇਸ਼ੂਜ਼ ਨੇ ਜਿਹੜੇ ਇੰਦਰਪ੍ਰੀਤ ਜੀ, ਇਹ ਏਜੰਡੇ ਦਾ ਹਿੱਸਾ ਕਿਉਂ ਨਹੀਂ ਹੈ? ਮਤਲਬ ਕਿ ਇਸ ਸਟੇਟ ਨੂੰ ਇੰਨੇ ਸਾਲਾਂ ਬਾਅਦ ਵੀ 66 ਤੋਂ ਬਾਅਦ ਵੀ ਰਾਜਧਾਨੀ ਨਹੀਂ ਚਾਹੀਦੀ? ਕੀ ਛੋਟੇ ਛੋਟੇ ਲੱਖਾਂ ਦੀ ਗਿਣਤੀ ਵਾਲੇ ਜਿਹੜੇ ਰਾਜ ਆ ਉਹਨਾਂ ਕੋਲ ਵੀ ਰਾਜਧਾਨੀਆਂ ਨੇ, ਛੋਟੇ ਜਿਹੜੇ ਹੈਗੇ ਆ, ਤੇ ਸਾਡੇ ਇੱਥੇ ਰਾਜਧਾਨੀ ਲਈ ਕੋਈ ਲੜਨਾ ਕਿਉਂ ਨਹੀਂ ਚਾਹੁੰਦਾ? ਇਹਨੂੰ ਏਜੰਡੇ ਦਾ ਹਿੱਸਾ ਕਿਉਂ ਨਹੀਂ ਬਣਾਇਆ ਗਿਆ? ਜਾਂ ਏਜੰਡੇ ਦਾ ਹਿੱਸਾ ਕੇਂਦਰ ਸਰਕਾਰ ਨਹੀਂ ਬਣ ਦੇਣਾ ਚਾਹੁੰਦੀ? ਕਦੇ ਕੋਈ ਕਲੈਰਿਟੀ ਦੇਊਗਾ? ਮਾਮਲਾ ਹੋਵੇ ਉੱਤਰੀ ਭਾਰਤ ਦੇ ਰਾਜਾਂ ਦੀ ਕੌਂਸਲ ਦਾ, ਉਹਨਾਂ ਦੇ ਵਿੱਚ ਇਹ ਮਾਮਲਾ ਹੋਵੇ ਡਿਸਪਿਊਟਡ, ਕੋਈ ਕੋਰਟ ਦੇ ਵਿੱਚ ਵੀ ਨਾ ਹੋਵੇ, ਤੇ ਫਿਰ ਇਹਨੂੰ ਉਠਾਇਆ ਨਾ ਜਾਵੇ। ਫਿਰ ਪਹਿਲੀਆਂ ਸਰਕਾਰਾਂ ਤੇ ਇਸ ਸਰਕਾਰ ਦੇ ਵਿੱਚ ਅੰਤਰ ਕੀ ਹੈ ਜੀ? ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਦੇਖੋ, ਇਸ ਗੱਲ ਦੀ ਪ੍ਰੌੜਤਾ ਤਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਵੀ ਕੀਤੀ ਹੈ। ਜਦੋਂ ਜੰਮੂ ਕਸ਼ਮੀਰ ਦਾ ਮਾਮਲਾ ਉੱਠਿਆ ਸੀ, ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਜੇ ਅਸੀਂ ਜਲਦੀ ਇੱਥੇ ਕਰਾ ਦਾਂਗੇ ਇਲੈਕਸ਼ਨ ਤੇ ਇਹ ਸਟੇਟ ਬਣ ਜਾਏਗੀ। ਪਰ ਤੁਸੀਂ ਦੇਖੋ ਵੀ ਅੱਜ 66 ਤੋਂ ਲੈ ਕੇ ਹੁਣ ਤੱਕ ਅਸੀਂ 55-56 ਸਾਲ ਬੀਤ ਗਿਆ। ਉਹਨਾਂ ਨੇ ਇਹੀ ਉਦਾਹਰਨ ਦਿੱਤੀ ਵੀ ਉਹ ਐ ਨਾ ਹੋਵੇ ਵੀ ਪਹਿਲਾਂ ਜਿਵੇਂ ਤੁਸੀਂ ਚੰਡੀਗੜ੍ਹ ਨਹੀਂ ਦਿੱਤਾ ਹੋਇਆ, ਪੰਜਾਬ ਨੂੰ ਇਸ ਤਰ੍ਹਾਂ ਹੀ ਇਹਦਾ ਹਾਲ ਵੀ ਸੇਮ ਹੀ ਹੋਵੇ। ਇੰਦਰਪ੍ਰੀਤ ਜੀ, ਉਸੇ ਹਵਾਲੇ ਨਾਲ ਹੀ ਮੁੱਖ ਮੰਤਰੀ ਗੱਲ ਕਰ ਲੈਣ, ਉਹ ਕਰ ਲੈਣ। ਜਦੋਂ ਚੀਫ ਜਸਟਿਸ ਆਫ ਇੰਡੀਆ ਨੇ ਇਹ ਗੱਲ ਕਹੀ ਸੀਗੀ ਨਾ, ਉਹਨਾਂ ਇਹ ਕਿਹਾ ਸੀਗਾ ਕਿ ਇਹ ਦੱਸੋ ਕਿ ਜਿਹੜੀ ਹੈਗੀ ਆ UT ਬਣਾਉਣ ਵਾਲਾ ਮਾਮਲਾ ਜੰਮੂ ਕਸ਼ਮੀਰ ਤੇ ਲਦਾਖ ਨੂੰ, ਇਹ ਟੈਂਪਰੇਰੀ ਆ ਕਿ ਪੱਕਾ ਪ੍ਰਬੰਧ ਹੈ? ਤੇ ਜਦੋਂ ਇਹ ਗੱਲ ਅੱਗੇ ਵਧੀ ਤੇ ਉਹਨਾਂ ਕਿਹਾ ਕਿ 66 ਦੇ ਵਿੱਚ ਟੈਂਪਰੇਰੀ ਤੌਰ ਤੇ ਚੰਡੀਗੜ੍ਹ ਨੂੰ UT ਬਣਾਇਆ ਗਿਆ ਸੀ ਔਰ ਉਹ ਪ੍ਰਬੰਧ ਅਜੇ ਤੱਕ ਉਵੇਂ ਹੀ ਚੱਲਿਆ ਹੁੰਦਾ। ਸਾਨੂੰ ਦੱਸ, ਕਲੀਅਰ ਕਰੋ। ਹੁਣ ਮੁੱਖ ਮੰਤਰੀ ਇਸੇ ਹਵਾਲੇ ਨਾਲ ਗੱਲ ਕਰ ਲੈਣ ਇਸ ਮੀਟਿੰਗ 'ਚ। ਮੇਰਾ ਖਿਆਲ ਹੈ ਕਿ ਅੱਜ ਉਹਨਾਂ ਚੀਫ ਮਿਨਿਸਟਰ ਕੋਲੇ ਬਹੁਤ ਵਧੀਆ ਮੌਕਾ ਹੈ ਇਹ ਗੱਲ ਪ੍ਰਮੁੱਖਤਾ ਨਾਲ ਉਠਾਉਣ ਦਾ। ਸ਼ਾਇਦ ਉਹਨਾਂ ਦੀ ਸਪੀਚ ਦਾ ਇਹ ਹਿੱਸਾ ਤਾਂ ਹੈ, ਪਰ ਕੀ ਆ ਇੰਸਟੈਂਸ ਉਹਨਾਂ ਨੇ ਵਿੱਚ ਪਾਇਆ ਕਿ ਨਹੀਂ ਪਾਇਆ, ਇਹਦੇ ਬਾਰੇ ਮੈਨੂੰ ਨਹੀਂ ਪਤਾ, ਕਿਉਂਕਿ ਹਜੇ ਤੱਕ ਮੇਰੇ ਕੋਲ ਸਪੀਚ ਮੈਂ ਦੇਖੀ ਨਹੀਂ ਸੀ ਕਿ ਇਹ ਸਪੀਚ ਉਹਨਾਂ ਦੀ, ਕਿਉਂਕਿ ਬਹੁਤ ਕੌਨਫੀਡੈਂਸ਼ੀਅਲ ਹੁੰਦੀ ਹੈ ਤੇ ਇਹ ਜਲਦੀ ਕੋਈ ਬਾਹਰ ਆਂਦੀ ਨਹੀਂ ਹੈ। ਸੋ ਮੈਂ ਕੱਲ ਅਸੀਂ ਟਰਾਈ ਬਹੁਤ ਕੀਤੀ ਕਿ ਆ ਜੇ ਸਪੀਚ ਬਾਹਰ ਦੇ ਕੁਝ ਅੰਸ਼ ਆ ਜਾਣ, ਤੇ ਲੇਕਿਨ ਜ਼ਿਆਦਾ ਉਹਨਾਂ ਕੀ ਸੀ ਜਿਹੜਾ ਏਜੰਡੇ ਦਾ ਹਿੱਸਾ ਹੈ ਕਿ ਅਸੀਂ SYL ਦੇ ਉੱਤੇ ਕੋਈ ਸਾਡਾ ਸਟੈਂਡ ਉਸੇ ਤਰ੍ਹਾਂ ਦਾ ਹੀ ਰਹੇਗਾ। ਉੱਚ ਦਰਿਆ ਦੇ ਉੱਤੇ ਮੈਂ ਜਿਹੜਾ ਡੈਮ ਤੁਹਾਡੇ ਅੰਮ੍ਰਿਤਸਰ ਕੋਲੇ ਰਾਵੀ ਦੇ ਉੱਤੇ ਬਣਨਾ ਹੈ, ਉਸ ਦੇ ਉੱਤੇ ਜ਼ਰੂਰ ਐਸੀ ਪੁਖਤਾ ਸਟੈਂਡ ਹੈ ਜੀ। ਇਹ 'ਚ ਦੇਖੋ ਦੋ ਚੀਜ਼ਾਂ ਦੇ ਉੱਤੇ ਗੱਲ ਕਰਨੀ ਬਣਦੀ ਹੈ। ਇੱਕ ਤਾਂ ਇਹ ਕਿ ਉੱਚ ਵਾਲਾ ਪਾਣੀ ਇਸ ਟਾਈਮ ਹਜੇ
ਰਾਵੀ ਤੋਂ ਹੁੰਦਾ ਹੋਇਆ ਪਾਕਿਸਤਾਨ ਚਲਾ ਜਾਂਦਾ ਹੈ। ਉਹ ਸਾਨੂੰ ਸਭ ਨੂੰ ਪਤਾ ਹੈ। ਉੱਥੇ ਡੈਮ ਬਣਾਉਣ ਲਈ ਸਿਰਫ ਔਰ ਸਿਰਫ 400 ਕਰੋੜ ਰੁਪਇਆ ਚਾਹੀਦਾ ਹੈ। ਜ਼ਿਆਦਾ ਮਤਲਬ ਵੱਡੀ ਨਹੀਂ ਹੈ, ਪਰ ਸਾਨੂੰ ਕਾਫੀ ਮਤਲਬ ਜਿਹੜਾ ਪਾਣੀ ਮਿਲ ਸਕਦਾ ਹੈ। ਹੁਣ ਪ੍ਰੋਬਲਮ ਉਹਦੇ 'ਚ ਇਹ ਅਟਕੀ ਹੋਈ ਹੈ ਕਿ ਪੰਜਾਬ ਦਾ ਇਹ ਸਟੈਂਡ ਹੈ ਕਿ ਉੱਜ ਦਰਿਆ ਦੇ ਉੱਤੇ ਸਿਰਫ ਜੰਮੂ ਕਸ਼ਮੀਰ ਔਰ ਪੰਜਾਬ ਇਹੀ ਦੋ ਰਾਈਪੇਰੀਅਨ ਨੇ, ਜਦਕਿ ਸੈਂਟਰ ਗਵਰਨਮੈਂਟ ਕਹਿ ਰਹੀ ਹੈ ਵੀ ਜੇ ਤੁਸੀਂ ਸਾਡੇ ਤੋਂ ਪੈਸਾ ਲਗਵਾਉਣਾ ਹੈ ਤਾਂ ਜਿਹੜਾ ਇੱਥੇ ਐਡੀਸ਼ਨਲ ਪਾਣੀ ਆਊਗਾ ਉਹ ਤੁਹਾਨੂੰ ਰਾਜਸਥਾਨ ਤੇ ਹਰਿਆਣਾ ਨਾਲ ਵੀ ਸ਼ੇਅਰ ਕਰਨਾ ਪਊਗਾ, ਜਿਹਦਾ ਪੰਜਾਬ ਵਿਰੋਧ ਕਰ ਰਿਹਾ ਹੈ। ਪਿਛਲੀ ਮੀਟਿੰਗ 'ਚ ਵੀ ਵਿਰੋਧ ਕੀਤਾ ਸੀਗਾ, ਇਸ ਮੀਟਿੰਗ 'ਚ ਵੀ ਵਿਰੋਧ ਮੈਨੂੰ ਲੱਗਦਾ ਉਹਨਾਂ ਨੇ ਕਰਨਾ ਹੀ ਕਰਨਾ ਹੈ। ਔਰ ਇਹਦੇ ਵਿੱਚ ਇੱਕ ਹੋਰ ਵੀ ਇੰਟਰਸਟਿੰਗ ਚੀਜ਼ ਹੈ ਕਿ ਘੱਟੋ ਘੱਟ ਸਾਨੂੰ ਜਿਹੜੇ ਕਾਨੂੰਨ ਨੇ ਉਹ ਤਾਂ ਗਵਰਨਮੈਂਟ ਆਫ ਇੰਡੀਆ ਨੂੰ ਵੀ ਦੇਖਣੇ ਚਾਹੀਦੇ ਨੇ ਵੀ ਜਿਨ੍ਹਾਂ ਨਦੀਆਂ ਦੇ ਉੱਤੇ ਦੂਜੀਆਂ ਸਟੇਟਾਂ ਦਾ ਕੋਈ ਰਾਈਟ ਹੀ ਨਹੀਂ ਹੈ, ਉਹਨਾਂ ਦਾ ਪਾਣੀ ਕਿਉਂ ਦੇਣਾ ਉਹਨਾਂ ਨੂੰ। ਮਤਲਬ ਫਿਰ ਤਾਂ ਕੱਲ ਨੂੰ ਪੰਜਾਬ ਵਾਲੇ ਵੀ ਇਹ ਕਹਿ ਸਕਦੇ ਵੀ ਠੀਕ ਹੈ, ਜੇ ਰਾਜਸਥਾਨ ਨੂੰ ਨਰਮਦਾ ਤੋਂ ਪਾਣੀ ਮਿਲਦਾ ਤਾਂ ਸਾਨੂੰ ਵੀ ਦੇ ਦਿਓ, ਤਾਂ ਫਿਰ ਸਾਨੂੰ ਕਿਉਂ ਨਹੀਂ, ਫਿਰ ਯਮੁਨਾ ਦਾ ਪਾਣੀ ਸਾਨੂੰ ਕਿਉਂ ਨਹੀਂ। ਸੋ ਇਸ ਤਰ੍ਹਾਂ ਦੇ ਇਸ਼ੂ ਆਪਾਂ ਹੱਲ ਕਰਨ ਵੱਲ ਤੁਰਨਾ ਹੈ ਕਿ ਸਿਰਫ ਇੱਥੇ ਲਟਕਾ ਕੇ ਰੱਖਣੇ ਹੈ। ਪਾਣੀ ਤਾਂ ਦੇਖੋ ਹੁਣ ਅੱਜ ਵੀ ਉੱਚ ਦਰਿਆ ਤੋਂ ਪਾਕਿਸਤਾਨ 'ਚ ਜਾਈ ਜਾ ਰਿਹਾ, ਉਹ ਤਾਂ ਰੁਕਣਾ ਨਹੀਂ ਹੈ। ਸਵਾਲ ਇਹ ਹੈ ਕਿ ਚਲੋ ਵੰਡਣਾ ਵੰਡਾਈ ਦਾ ਕੰਮ ਤਾਂ ਬਾਅਦ 'ਚ ਕਰ ਲਾਂਗੇ ਵੀ ਕਿਹਨੂੰ ਪਾਣੀ ਦੇਣਾ, ਪਰ ਘੱਟੋ ਘੱਟ ਇਹ ਤਾਂ ਫੈਸਲਾ ਕਰ ਲਓ ਵੀ ਉੱਥੇ ਬੈਰਾਜ ਬਣਾਉਣਾ ਹੈ, ਉਹ ਪਾਣੀ ਤਾਂ ਰੋਕ ਲਓ, ਦੇਣਾ ਕਿਹਨੂੰ ਹੈ, ਕਿਸ ਨੂੰ ਕਿੰਨੇ ਸ਼ੇਅਰ 'ਚ ਦੇਣਾ ਉਹ ਬਾਅਦ 'ਚ ਫੈਸਲਾ ਹੋ ਜਾਏਗਾ। ਹਜੇ ਤਾਂ ਅਸੀਂ ਇਸ ਨਤੀਜਿਆਂ ਤੇ ਵੀ ਨਹੀਂ ਪਹੁੰਚ ਪਾ ਰਹੇ ਕਿ ਪਾਣੀ ਉੱਥੇ ਡੈਮ ਬਣਾ ਲਈਏ। ਜੀ ਵੈਸੇ ਜੇ ਆਰਡੀਐਫ ਤੇ ਮੈਨੂੰ ਭਾਸਕਰ ਸਾਹਿਬ ਤੁਸੀਂ ਜਰੂਰ ਆਪਣੀ ਟਿੱਪਣੀ ਦਿਓ। ਆਰਡੀਐਫ ਦੇ ਉੱਤੇ ਵੀ ਕੱਲ ਸੁਣਵਾਈ ਸੀ ਇੰਦਰਪ੍ਰੀਤ ਜੀ, ਉਹ ਰਹਿ ਨਾ ਜਾਵੇ, ਮੈਨੂੰ ਦੱਸਿਓ ਜਰਾ ਉਹਦੇ ਵਿੱਚ ਅਗਲੀ ਡੇਟ ਪਈ ਜਾਂ ਕੋਈ ਸੁਣਵਾਈ ਹੋਈ, ਕੀ ਹੋਇਆ, ਕੋਈ ਤੱਥ ਜਾਂ ਕੋਈ ਨੋਟਿਸ ਹੋਏ? ਹਰਿੰਦਰ ਸਾਹਿਬ ਦੇਖੋ, ਇਸ ਆਰਡੀਐਫ ਵਾਲੇ ਮਾਮਲੇ 'ਚ ਆਪਾਂ ਲਗਾਤਾਰ ਇਹਨੂੰ ਡਿਸਕਸ ਕਰ ਰਹੇ ਹਾਂ। ਆਰਡੀਐਫ ਦੇ ਮਾਮਲੇ 'ਚ ਇੱਕ ਸੀਗਾ ਕਿ ਸ਼ਾਇਦ ਕੱਲ ਗਵਰਨਮੈਂਟ ਆਫ ਇੰਡੀਆ ਵੀ ਕੋਈ ਤਿਆਰੀ ਨਾਲ ਆਏਗੀ, ਪਰ ਉਹਨਾਂ ਵੱਲੋਂ ਕੋਈ ਵਕਾਲਤਨਾਮਾ ਤੱਕ ਨਹੀਂ ਮਤਲਬ ਇੱਥੇ ਆਇਆ ਸੀਗਾ ਤੇ ਉਹਨਾਂ ਦੀ ਕੋਈ ਤਿਆਰੀ ਨਹੀਂ ਸੀ। ਯਾਨੀ ਕਿ ਉਹ ਲਿੰਗਰ ਔਨ ਤਾਂ ਕਰਨਾ ਹੀ ਚਾਹੁੰਦੇ ਆ ਕਿ ਜਿੰਨਾ ਲਟਕਾਇਆ ਜਾ ਸਕੇ ਉਹਨਾਂ ਲਟਕਾਇਆ ਜਾਏ। ਇਸ ਕਰਕੇ ਇਸ ਦੀ ਜਿਹੜੀ ਉਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਗਵਰਨਮੈਂਟ ਆਫ ਇੰਡੀਆ ਨੂੰ, 15 ਦਿਨ ਦੇ ਅੰਦਰ ਇਸ ਦੇ ਉੱਤੇ ਆਪਣਾ ਜਵਾਬ ਫਾਈਲ ਕਰੋ। ਹੁਣ 15 ਦਿਨ ਤੋਂ ਬਾਅਦ ਪਤਾ ਚੱਲੇਗਾ ਕਿ ਉਹ ਇਸ ਇਸ਼ੂ ਦੇ ਉੱਤੇ ਕੀ ਕਹਿਣਾ ਚਾਹੁੰਦੇ ਆ। ਲੇਕਿਨ ਸਾਡਾ ਜਿਹੜਾ 5636 ਕਰੋੜ ਰੁਪਇਆ ਜਿਹੜਾ ਫਸ ਤਾਂ ਗਿਆ ਹੀ ਹੈ। ਕੱਲ ਹਰਪਾਲ ਚੀਮਾ ਸਾਹਿਬ ਨੇ ਉਹਦੀ ਲੰਬੀ ਇੱਕ ਫੇਰਿਸਤ ਵੀ ਦਿੱਤੀ ਸੀਗੀ, ਜਿਹੜਾ 50,000 ਕਰੋੜ ਵਾਲਾ ਮਾਮਲਾ ਸੀ ਉਹਦੇ ਵਿੱਚ ਇਹ 5600 ਕਰੋੜ ਵੀ ਜਿਹੜਾ ਉਹਦੇ ਵਿੱਚ ਹੀ ਸ਼ਾਮਲ ਹੈ। ਆਪੋਂ ਫਾਥੜੀਏ ਤੈਨੂੰ ਕੌਣ ਛਡਾਵੇ, ਜਾ ਕੇ ਫਾਹ ਲਿਆ ਸੁਪਰੀਮ ਕੋਰਟ 'ਚ। ਸਿਆਸੀ ਤਾਂ ਲੜਨਾ ਹੀ ਨਹੀਂ ਚਾਹੁੰਦੇ, ਪਤਾ ਨਹੀਂ ਕੀ ਹੈ ਇਹਨਾਂ ਨੂੰ। ਕੇਂਦਰੀ ਹਾਕਮ ਵੇਖ ਕੇ ਡਰ ਜਾ ਆਉਣ ਲੱਗ ਪੈਂਦਾ, ਲੱਤਾਂ ਕੰਬਣ ਲੱਗ ਪੈਂਦੀਆਂ, ਪਹਿਲਿਆਂ ਦੀਆਂ ਵੀ ਤੇ ਹੁਣ ਵਾਲਿਆਂ ਦੀਆਂ ਵੀ। ਨਿੱਜੀ ਹਿੱਤ ਇਹਨਾਂ ਦੇ ਤਾਂ ਕੋਈ ਨਹੀਂ, ਦੂਜਿਆਂ ਦੀਆਂ ਤੇ ਬੱਸਾਂ ਚੱਲਦੀਆਂ ਹੋ ਸਕਦੀਆਂ, ਹੋਟਲ ਚੱਲਦੇ ਹੋ ਸਕਦੇ। ਕਾਂਗਰਸੀਆਂ ਨੂੰ ਵੀ ਡਰ ਆਉਂਦਾ ਕੁਰਸੀ ਨਾ ਖੁੱਸ ਜੇ। ਇਹਨਾਂ ਕੋਲ ਕੀ ਖੁੱਸਣਾ ਸੀਗਾ? ਭਾਸਕਰ ਸਾਹਿਬ ਕੁਝ ਕਹਿਣਾ ਚਾਹੁੰਦੇ ਸੀ। ਜਿਸ ਤਰੀਕੇ ਨਾਲ ਅੱਜ ਦੀ ਮੀਟਿੰਗ ਦਾ ਪਹਿਲੇ ਮਾਹੌਲ ਬਣਾਇਆ ਗਿਆ, ਤੁਹਾਨੂੰ ਯਾਦ ਹੋਏਗਾ ਜਾਖੜ ਸਾਹਿਬ ਦੀ ਉਹ ਸਟੇਟਮੈਂਟ, ਦੇਖਿਓ ਭਗਵੰਤ ਮਾਨ ਜੀ ਕੋਈ ਕੰਪਰੋਮਾਈਜ਼ ਨਾ ਕਰਨਾ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ। ਸੁਖਬੀਰ ਬਾਦਲ ਦੇ ਹੋਕੇ, ਦੇਖੋ ਭਗਵੰਤ ਮਾਨ ਜੀ ਬਿਲਕੁਲ ਡਟ ਕੇ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਉੱਥੇ ਗੱਲ ਕਰਨੀ ਹੈ। ਔਰ ਅੱਜ ਦੇ ਏਜੰਡੇ ਦੀ ਗੱਲ ਜਦ ਗੈਰ ਰਸਮੀ ਤੌਰ ਤੇ ਇੰਦਰਪ੍ਰੀਤ ਉਹਨਾਂ ਨਾਲ ਕਰ ਰਹੇ ਸੀਗੇ, ਤੇ ਚੰਡੀਗੜ੍ਹ ਦਾ ਮੁੱਦਾ ਕਿੰਨੀ ਕੁ ਪੁਰਜ਼ੋਰ ਤਰੀਕੇ ਨਾਲ ਇੱਥੇ ਉਠਾਇਆ ਜਾਏਗਾ, ਉਹਦੇ ਵਿੱਚ ਉਨੀ ਤੇਜ਼ੀ ਫਿਲਹਾਲ ਸਰਕਾਰ ਦੇ ਵਿੱਚ ਨਹੀਂ ਨਜ਼ਰ ਆਉਂਦੀ। ਕਿਉਂਕਿ ਕਿਹਾ ਜਾਂਦਾ ਵੀ ਜਿੱਦਾਂ ਪਹਿਲੇ ਵੀ ਇਹ ਗੱਲ ਚੱਲੀ ਸੀ ਕਿ ਮਲਵਿੰਦਰ ਸਿੰਘ ਕੰਗ ਤੇ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਇਹ ਮਸਲਾ ਉਠਾਏਗੀ, ਪੰਜਾਬ ਸਰਕਾਰ ਉਸ ਮਾਮਲੇ ਦੇ ਚੁੱਪ ਰਹਿੰਦੀ ਹੈ। ਹੁਣ ਅੱਜ ਗੱਲ ਤੇ ਇਹ ਹੋਣੀ ਚਾਹੀਦੀ ਸੀ ਕਿ ਅੱਜ ਦਾ ਵੈਨਿਊ ਇਸ ਮੀਟਿੰਗ ਦਾ ਅੰਮ੍ਰਿਤਸਰ ਹੈ। ਪਿਛਲੀ ਵਾਰ ਇਹ ਮੀਟਿੰਗ 9 ਜੁਲਾਈ ਨੂੰ ਜੈਪੁਰ ਦੇ ਵਿੱਚ ਹੋਈ ਸੀ, ਉੱਥੇ ਸਾਡੇ 2 ਮੰਤਰੀ ਗਏ ਸੀ। ਉੱਥੇ ਹਰਿਆਣਾ ਨੇ ਇੱਕ ਪ੍ਰਪੋਜ਼ਲ ਦਿੱਤਾ, ਅਮਿਤ ਸ਼ਾਹ ਉਹਨਾਂ ਨੇ ਹਾਂ ਕਰਤੀ, ਤੇ ਸਾਡੇ ਵਾਲੇ 2 ਕੁਝ ਨਹੀਂ ਕਹਿ ਕੇ ਆਏ। ਤੇ ਹੁਣ ਤੇ ਸਾਡਾ ਇੱਕ ਕਹਿੰਦਾ ਜਗ੍ਹਾ ਤੇਰੀ ਟਾਈਮ ਤੇਰਾ, ਹੁਣ ਜਗ੍ਹਾ ਵੀ ਸਾਡੀ ਅੱਜ ਔਰ ਟਾਈਮ ਵੀ ਸਾਡਾ ਹੈਗਾ। ਤੇ ਇਸ ਮੌਕੇ ਤੇ ਵੀ ਜੇ ਤੁਸੀਂ ਆਪਣੀ ਗੱਲ ਪੁਰਜ਼ੋਰ ਤਰੀਕੇ ਨਾਲ ਨਹੀਂ ਕੀਤੀ ਤੇ ਫਿਰ ਮੈਨੂੰ ਇਹ ਲੱਗਦਾ ਹੈ ਕਿ ਇਦਾਂ ਦਾ ਮੌਕਾ ਪਤਾ ਨਹੀਂ ਕਦੋਂ ਮਿਲਣਾ ਹੈ। ਇਹ ਤੇ ਲੱਤ ਡਾ ਕੇ ਬਹਿਣ ਵਾਲੀ ਗੱਲ ਹੈਗੀ ਹੈ ਕਿ ਵੀ ਨਾ, ਪਹਿਲੇ ਫੈਸਲਾ ਕਰੋ ਚੰਡੀਗੜ੍ਹ ਦਾ, ਬਾਕੀ ਮੁੱਦਿਆਂ ਦੇ ਉੱਤੇ ਤੇ ਆਪਾਂ ਬਾਅਦ ਚ ਗੱਲ ਕਰਾਂਗੇ। ਕਿਉਂਕਿ ਚੰਡੀਗੜ੍ਹ ਦਾ ਮੁੱਦਾ ਜਦ ਵੀ ਉੱਠਦਾ ਹੈ ਤਦ ਪੰਜਾਬ ਦਾ ਹਮੇਸ਼ਾ ਕਲੇਮ ਹੀ ਆਉਂਦਾ ਹੈ। ਉਸ ਕਲੇਮ ਨੂੰ ਕਲੇਮ ਕਦੋਂ ਕਰਨਾ ਹੈ, ਉਹ ਕਦੋਂ ਕਲੇਮ ਹੋਏਗਾ, ਇਹ ਗੱਲ ਤੇ ਕਿਸੇ ਜਗ੍ਹਾ ਆਈ ਨਹੀਂ। ਪਰ ਹਾਂ, ਅੱਜ ਦੇਖਦੇ ਹਾਂ ਕਿ ਵੀ ਕੀ ਕੁਝ ਬਾਹਰ ਨਿਕਲ ਕੇ ਆਉਂਦਾ ਹੈ ਕਿ ਵਾਕਈ ਉਸ ਕਲੇਮ ਦੇ ਉੱਤੇ ਕਲੇਮ ਕਰਨ ਦੀ ਕੋਈ ਗੱਲ ਹੋਈ ਕਿ ਨਹੀਂ। ਹੌਲੀ ਹੌਲੀ ਬੋਲ ਵੇ ਗੱਲ ਪਰਦੇ ਵਾਲੀ, ਇਹ ਪਰਦੇਦਾਰੀਆਂ ਦੀਆਂ ਗੱਲਾਂ, ਹੌਲੀ ਬੋਲੋ ਕੋਈ ਸੁਣ ਨਾ ਲਏ। ਸਵਾਲ ਇਸ ਗੱਲ ਦਾ ਹੈ ਕਿ ਜਦੋਂ ਸੁਖਬੀਰ ਸਿੰਘ ਬਾਦਲ ਕੈਥਲ 'ਚ ਕਹਿੰਦੇ ਨਾ ਜਾ ਕੇ ਖੇਤਰੀ ਪਾਰਟੀਆਂ, ਇਹ ਖੇਤਰ ਦੀ ਗੱਲ ਖੇਤਰੀ ਪਾਰਟੀਆਂ ਕਰ ਸਕਦੀਆਂ ਨੇ। ਸੁਖਬੀਰ ਜੀ ਦੇ ਪਿੱਛੇ ਲੰਬਾ ਇਤਿਹਾਸ ਆ,
ਪਿਛਲੇ 15 ਸਾਲਾਂ ਦੇ ਵਿੱਚ ਨਹੀਂ, ਮਤਲਬ 25 ਸਾਲਾਂ 'ਚ 15 ਸਾਲ ਦਾ ਰਾਜ ਇਹਨਾਂ ਦਾ ਸੀ, ਕਿੰਨੀ ਕੁ ਲੜਾਈ ਲੜ ਲਈ। ਗੱਲ ਇਹ ਵੀ ਆ ਕਿ ਪਾਰਟੀਆਂ ਖੇਤਰੀ ਹੋਣ, ਪਰਿਵਾਰਕ ਨਾ ਹੋਣ, ਇਹ ਵੀ ਸਵਾਲ ਆ। ਹੁਣ ਜਦੋਂ ਅੱਜ ਇਹਨਾਂ ਮੁੱਦਿਆਂ ਤੇ ਗੱਲ ਹੋ ਰਹੀ ਆ, ਭਾਸਕਰ ਸਾਹਿਬ ਇੰਡੀਆ ਗੱਠਜੋੜ ਦੀ ਗੱਲ, ਕੱਲ ਕੈਥਲ ਦੀ ਗੱਲ, ਸੁਖਬੀਰ ਬਾਦਲ ਦੀ ਗੱਲ ਤੋਰੋ। ਵੈਸੇ ਆਪਾਂ ਇੱਥੋਂ ਹੀ ਗੱਲ ਲੈਣੀ ਆ ਕਿ ਕਾਂਗਰਸੀ ਕੱਲ ਮੁਕਤਸਰ ਸਾਹਿਬ 'ਚ ਸੀਗੇ, ਦੋਨੇ ਜਾਣੇ ਇੱਕੋ ਜ਼ਿਲ੍ਹੇ ਦੇ, ਵੱਡੇ ਕੱਦ ਦੇ, ਵੱਡੇ ਔਰੇ ਵਾਲੇ, ਪ੍ਰਤਾਪ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਆਮਣੇ ਸਾਹਮਣੇ ਸੀ, ਆਮਣੇ ਸਾਹਮਣੇ ਲੜ ਨਹੀਂ ਸੀ ਰਹੇ, ਮਤਲਬ ਵਿਚਾਰਧਾਰਕ ਨਜ਼ਰੀਏ ਤੋਂ ਇੱਕ ਦੂਜੇ ਨੂੰ ਕੰਡੈਮ ਕਰ ਰਹੇ ਸੀ। ਸੋ ਇਹ ਵੀ ਸਵਾਲ ਉਠਾਉਣਾ ਹੈ। ਸਵਾਲ ਇਹ ਵੀ ਉੱਠਣ ਵਾਲਾ ਹੈ ਕਿ ਭਾਰਤ ਭੂਸ਼ਣ ਆਸ਼ੂ ਅਜੇ ਥੋੜੇ ਜਿਹੇ ਖਫਾ ਨੇ ਕਿ ਉਹਨਾਂ ਨਾਲ ਜਿੰਨਾ ਸਾਨੂੰ ਟੰਗ ਕੇ ਰੱਖਿਆ, ਤੁਸੀਂ ਸਾਂਝ ਪਾਉਣ ਨੂੰ ਕਹਿੰਦੇ ਹੋ, ਯਾਰੀ ਪਾਉਣ ਨੂੰ ਕਹਿੰਦੇ ਹੋ, ਸਾਰੇ ਸਵਾਲ ਅੱਗੇ ਲੈਂਦੇ ਆ, ਪਰ ਤੁਸੀਂ ਸੁਖਬੀਰ ਬਾਦਲ ਵਾਲੀ ਗੱਲ ਕਰਿਓ, ਕਿਉਂਕਿ ਖੇਤਰੀ ਪਾਰਟੀਆਂ ਦੀ ਗੱਲ ਕਿ ਲੀਡਰ ਉਹੀ ਮੁੱਦੇ ਉਠਾ ਸਕਦੇ ਆ ਜਿਨ੍ਹਾਂ ਦੀ ਉੱਤੋਂ ਨਾ ਦਿੱਲੀੋਂ ਨਾ ਹਿਲਦੀ ਹੋਵੇ। ਹਿਲਦੀ ਤਾਂ ਇਹਨਾਂ ਦੀ ਵੀ ਰਹੀ। ਖੈਰ ਅੱਜ ਕੇਜਰੀਵਾਲ ਸਾਹਿਬ ਵੱਲ ਵੇਖ ਕੇ ਮੁੱਖ ਮੰਤਰੀ ਬੋਲਣਗੇ ਜਾਂ ਦੂਜੀ ਗੱਲ ਉਹ ਅਲੱਗ ਆ, ਪਰ ਨੈਸ਼ਨਲ ਪੋਲਿਟਿਕਸ ਤੇ ਕੈਥਲ ਵਾਲੀ ਗੱਲ, ਨੈਸ਼ਨਲ ਪੋਲਿਟਿਕਸ ਦੀ ਗੱਲ ਆਪਾਂ ਸ਼ੁਰੂ ਕਰਨ ਤੋਂ ਪਹਿਲੇ ਗੱਲ ਉਹ ਸਾਊਥ ਤੋਂ ਕਰਾਂਗੇ, ਜਿੱਥੇ AIADMK ਉਹਨਾਂ ਨੇ ਕੱਲ ਫੈਸਲਾ ਕਰ ਲਿਆ ਕਿ ਨਾ, NDA ਦੇ ਨਾਲ ਸਾਡਾ ਕੋਈ ਨਾਤਾ ਨਹੀਂ ਤੇ ਅੱਗੇ ਚੱਲ ਗਏ, ਕਿਉਂਕਿ ਸਾਊਥ ਦੇ ਵਿੱਚ BJP ਤਕਰੀਬਨ ਸਾਰੇ ਸੂਬਿਆਂ ਦੇ ਵਿੱਚੋਂ ਬਿਲਕੁਲ ਜ਼ੀਰੋ ਵਾਲੀ ਸਥਿਤੀ ਤੇ ਬੈਠੀ ਹੋਈ ਹੈ। ਐਦਾਂ ਦੇ ਹਾਲਾਤ ਦੇ ਵਿੱਚ AIADMK ਦੀ ਨਾ ਉਹ BJP ਨੂੰ ਉੱਥੇ ਆਪਣੀ ਜ਼ਮੀਨੀ ਜਾਂ ਪੋਲੀਟੀਕਲ ਗਰਾਊਂਡ ਬਣਾਉਣ ਦੇ ਵਿੱਚ ਕਿੰਨੀ ਕੁ ਦਿੱਕਤ ਆਉਂਦੀ ਹੈ, ਇਸ ਗੱਲ ਦਾ ਅੰਦੇਸ਼ਾ ਹੈਗਾ। ਕੈਥਲ ਦੇ ਵਿੱਚ ਕੱਲ ਸੱਜਿਆ ਸੀਗਾ ਮੇਲਾ, ਉਸ ਮੇਲੇ ਦੇ ਵਿੱਚ ਇੰਡੀਆ ਬਲਾਕ ਦੇ ਬਹੁਤ ਸਾਰੇ ਲੀਡਰਾਂ ਦੀ ਆਉਣ ਦੀ ਉਮੀਦ ਸੀ। ਇਨਵੀਟੇਸ਼ਨ ਤੇ ਕਾਂਗਰਸ ਨੂੰ ਵੀ ਦਿੱਤਾ ਸੀਗਾ। INLD ਦੇ ਜਿਹੜੇ ਓਮ ਪ੍ਰਕਾਸ਼ ਚੌਟਾਲਾ ਨੇ, ਉਹਨਾਂ ਨੂੰ ਉਹ ਦਿੱਲੀ ਵੱਲ ਤੱਕ ਰਹੇ ਸੀਗੇ, ਸ਼ਾਇਦ ਕੋਈ ਆ ਜਾਏ, ਖੜਗੇ ਸਾਹਿਬ ਵੀ ਆ ਜਾਣ, ਰਾਹੁਲ ਗਾਂਧੀ ਵੀ ਆ ਜਾਣ, ਪਰ ਉਸ ਰੈਲੀ ਦੇ ਵਿੱਚ ਉਹ ਨਹੀਂ ਆਏ। ਉਸ ਰੈਲੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਪ੍ਰੈਜ਼ੈਂਸ, ਫਾਰੂਕ ਅਬਦੁੱਲਾ ਉਹਨਾਂ ਦਾ INLD ਨੂੰ ਔਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਵੀ ਇੰਡੀਆ ਬਲਾਕ ਦੇ ਵਿੱਚ ਸ਼ਾਮਲ ਕਰਾਉਣ ਦੀ ਇੱਕ ਤਰੀਕੇ ਨਾਲ ਗੱਲ ਕਰਨਾ। ਪਰ ਉੱਥੇ ਇੱਕ ਵਿਅਕਤੀ ਇਦਾਂ ਦਾ ਸੀਗਾ ਜਿਹਦਾ ਇਹ ਨਹੀਂ ਸਮਝ ਆ ਰਿਹਾ ਸੀ ਵੀ ਉਹ ਇੱਥੇ ਕਿਉਂ ਹੈ। ਖਾਸ ਕਰਕੇ ਪੋਲੀਟੀਕਲ ਪਾਰਟੀਆਂ ਦੇ ਗਠਬੰਧਨ ਦੀ ਗੱਲ ਕਰੀਏ, ਉਹ ਸੀਗੇ ਬਰਿੰਦਰ ਸਿੰਘ ਹੋਣਾ, ਜਿਹੜੇ ਫਾਰਮਰ ਮਿਨਿਸਟਰ ਨੇ, ਯੂਨੀਅਨ ਮਿਨਿਸਟਰ ਨੇ, BJP ਦੀ ਸਰਕਾਰ ਦੇ ਵਿੱਚ, ਕਦੀ ਕਾਂਗਰਸ ਦੇ ਵਿੱਚ ਹੁੰਦੇ ਸੀ। ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਕੁਝ ਏਦਾਂ ਦੀ ਗੱਲਾਂ ਕੀਤੀਆਂ ਵੀ, ਔਰ ਨਾਲ ਦੇ ਨਾਲ ਹੀ ਉਹਨਾਂ ਗੱਲਾਂ ਨੂੰ ਨਾਲ ਦੇ ਨਾਲ ਖਿੱਚ ਲਿਆ ਵਾਪਸ, ਕਿਉਂਕਿ ਉਹ BJP ਦੀ ਸਰਕਾਰ ਦੇ ਖਿਲਾਫ ਕੁਝ ਨਹੀਂ ਕਹਿਣਾ ਚਾਹੁੰਦੇ ਸੀ, ਪਰ ਨਾਲ ਦੇ ਨਾਲ ਗਠਬੰਧਨ ਰੀਜਨਲ ਪਾਰਟੀਆਂ ਨੂੰ ਇਕੱਠੇ ਹੋਣ ਦੀ ਗੱਲ ਜ਼ਰੂਰ ਕਰ ਰਹੇ ਸੀ। ਹੁਣ ਗੱਲ ਕਰੀਏ BJP ਦੀ। BJP ਨੇ ਕੱਲ ਮੱਧ ਪ੍ਰਦੇਸ਼ ਦੇ ਵਿੱਚ ਆਪਣੀ ਇੱਕ ਲਿਸਟ ਜਾਰੀ ਕੀਤੀ, 39 ਕੈਂਡੀਡੇਟਸ ਦੀ। ਉਸ ਲਿਸਟ ਦੇ ਵਿੱਚ ਹੈਰਾਨੀਜਨਕ ਗੱਲ ਸੀਗੀ ਕਿ 3 ਯੂਨੀਅਨ ਮਿਨਿਸਟਰ, ਔਰ ਉਹ ਸਾਡੇ ਖੇਤੀਬਾੜੀ ਵਾਲੀ ਨਰਿੰਦਰ ਤੋਮਰ ਉਹਨਾਂ ਨੂੰ ਵੀ ਵਿਧਾਨ ਸਭਾ ਦੇ ਇਲੈਕਸ਼ਨ ਲੜਾਉਣ ਦੀ ਤਿਆਰੀ ਕਰ ਲਈ। ਰਾਕੇਸ਼ ਸਿੰਘ ਹੋਰ ਇੱਕ ਹੋਰ ਮੰਤਰੀ, ਉਹਨਾਂ ਨੂੰ ਐਤਕੀ ਅਸੈਂਬਲੀ ਇਲੈਕਸ਼ਨ ਮੱਧ ਪ੍ਰਦੇਸ਼ ਤੋਂ ਲੜਾਇਆ ਜਾਣਗੇ। 7 ਹੋਰ MPਆਂ ਦੇ ਨਾਮ ਹੈਗੇ ਆ ਇਸ 39 ਕੈਂਡੀਡੇਟਸ ਦੀ ਲਿਸਟ ਦੇ ਵਿੱਚ। ਇਹਦੇ ਨਾਲ ਇੱਕ ਤੀਰ ਤੋਂ 2 ਨਿਸ਼ਾਨੇ ਮਾਰਨ ਦੀ ਕੋਸ਼ਿਸ਼ BJP ਕਰ ਰਹੀ ਹੈ, ਕਿਉਂਕਿ ਇਹ ਤਕਰੀਬਨ ਜਿੰਨੇ ਵੀ ਕੈਂਡੀਡੇਟਸ ਨੇ ਉਹ ਉਹਨਾਂ ਸੀਟਾਂ ਤੇ ਅਨਾਉਂਸ ਕੀਤੇ ਗਏ ਨੇ ਜਿੱਥੇ ਪਿਛਲੀ ਵਾਰ ਭਾਜਪਾ ਦੀ ਕਾਂਗਰਸ ਜਿੱਤੀ ਸੀਗੀ। ਔਰ ਜੇ ਕਾਂਗਰਸ ਨੂੰ ਹਰਾਣਾ ਹੈ ਤੇ ਵੱਡੇ ਵੱਡੇ ਆਪਣੇ ਹੈਵੀ ਵੇਟਸ ਨੂੰ ਉਤਾਰਨ ਦੀ ਗੱਲ, ਕੈਲਾਸ਼ ਵਿਜੇ ਵਰਗੀ ਵਾਲੇ ਇਸ ਤਰ੍ਹਾਂ ਦੇ ਲੀਡਰਾਂ ਨੂੰ ਜਦ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਉਤਾਰੋਗੇ, ਜਿਨ੍ਹਾਂ ਨੂੰ ਕਦੀ ਤੁਸੀਂ ਵੈਸਟ ਬੰਗਾਲ ਦਾ ਇੰਚਾਰਜ ਬਣਾਇਆ ਸੀਗਾ, ਤੇ ਤੁਹਾਨੂੰ ਅੰਦਾਜ਼ਾ ਲੱਗਦਾ ਹੈ ਕਿ BJP ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਔਰ ਦੂਜੇ ਪਾਸੇ ਸ਼ਿਵਰਾਜ ਚੌਹਾਨ, ਜਿਨ੍ਹਾਂ ਨੂੰ ਸੈਂਟਰਲ ਪਾਰਲੀਮੈਂਟਰੀ ਬੋਰਡ ਦੇ ਮੈਂਬਰਸ਼ਿਪ ਨਹੀਂ ਦਿੱਤੀ ਗਈ ਸੀ, ਉਹਨਾਂ ਨੂੰ ਵੀ ਇੱਕ ਕਲੀਅਰ ਕੱਟ ਮੈਸੇਜ ਦੇਣ ਦੀ ਕੋਸ਼ਿਸ਼ BJP ਦੀ ਸੈਂਟਰਲ ਲੀਡਰਸ਼ਿਪ ਨੇ ਕੀਤੀ ਹੈ ਕਿ ਵੀ ਤੁਹਾਡੇ ਤੋਂ ਵੀ ਵੱਡੇ ਬੰਦੇ, ਵੱਡੇ ਚਿਹਰੇ ਐਤਕੀ ਆਪਾਂ ਮੱਧ ਪ੍ਰਦੇਸ਼ ਦੇ ਉਤਾਰੇ ਆ। ਜੇ ਤੁਹਾਡੀ ਪਰਫਾਰਮੈਂਸ ਦੇ ਵਿੱਚ ਕੋਈ ਘਾਟਾ ਵਾਧਾ ਹੋਇਆ ਤੇ ਫਿਰ ਸਾਡੇ ਹੈਵੀ ਵੇਟ ਬੈਠੇ ਨੇ ਤੁਹਾਨੂੰ ਓਵਰ ਕਰਨ ਵਾਸਤੇ। ਐਦਾਂ ਦੀ ਹੀ ਰਣਨੀਤੀ ਕੁਝ ਰਾਜਸਥਾਨ ਦੇ ਵਿੱਚ ਵੀ ਅਪਣਾਏ ਜਾਣ ਦੀ ਤਿਆਰੀ ਹੈਗੀ ਹੈ। ਨਰਿੰਦਰ ਮੋਦੀ ਉਹਨਾਂ ਨੇ ਆਪਣੀ ਰਾਜਸਥਾਨ ਦੀ ਕਮਾਨ ਆਪਣੇ ਹੱਥ 'ਚ ਲੈ ਕੇ ਕਰਨ ਦੀ ਕੋਸ਼ਿਸ਼ ਜਾਂ ਪੂਰੀ ਇੱਕ ਕਵਾਇਦ ਰਚ ਲਈ ਹੈ। ਜੀ, ਵੈਸੇ ਤਾਂ ਤੁਸੀਂ ਠੀਕ ਕਹਿ ਰਹੇ ਹੋ, BJP ਫਸੀ ਮਹਿਸੂਸ ਕਰਦੀ ਆ, ਤਾਂ ਹੀ ਏਡੇ ਵੱਡੇ ਚਿਹਰੇ ਉਤਾਰੇ ਜਾ ਰਹੇ ਆ। ਵੈਸੇ ਮੈਂ ਤੁਹਾਡੀ ਪਹਿਲੀ ਖਬਰ ਦੇ ਉੱਤੇ ਇੱਕ ਛੋਟੀ ਜਿਹੀ ਟਿੱਪਣੀ ਇਹ ਕਰਨਾ ਚਾਹੁੰਦਾ ਕਿ ਜਦੋਂ ਕਿਤੇ ਇਦਾਂ ਦੀ ਬਰਸੀ ਪਹਿਲਾਂ ਹੁੰਦੀ ਸੀ ਤਾਂ ਜਿੰਨੀ ਭੀੜ ਰੈਲੀ 'ਚ ਹੁੰਦੀ ਸੀ, ਲਗਭਗ ਉਹ ਤੋਂ ਅੱਧੀ ਕੁ ਭੀੜ ਤਾਂ ਜਿਹੜੇ ਚੌਪਰ ਆਣ ਕੇ ਉਤਰਦੇ ਹੁੰਦੇ ਸੀ ਨਾ ਵੱਖ-ਵੱਖ ਪਾਰਟੀਆਂ ਦੇ ਵੱਡੇ ਆਗੂਆਂ ਦੇ, ਉਹਨਾਂ ਨੂੰ ਵੇਖਣ ਵਾਲੇ ਆਮ ਲਾਗੇ ਪਿੰਡਾਂ ਵਾਲਿਆਂ ਦੀ ਵੀ ਆ ਜਾਂਦੇ ਹੁੰਦੇ ਸੀ, ਜਿਹੜੇ ਚੌਪਰ ਹੀ ਵੇਖੀ ਜਾਂਦੇ ਹੁੰਦੇ ਸੀ ਕਿ ਉਤਰ ਗਿਆ ਤੇ ਚੜ ਗਿਆ। ਸੋ ਮੈਨੂੰ ਲੱਗਦਾ ਚੌਪਰ ਕੋਈ ਇੱਕ ਅੱਧ ਹੀ ਆਇਆ ਇਸ ਵਾਰੀ, ਹੋਰ ਕੋ ਆਏ ਨਹੀਂ ਜ਼ਿਆਦਾ। ਇੰਦਰਪ੍ਰੀਤ ਜੀ, ਸਾਡੇ ਜਿਹੜੇ ਕਾਂਗਰਸੀ ਆ ਇਹ ਬੜੇ ਗੁੱਸੇ 'ਚ ਫਿਰਦੇ ਆ ਬਈ ਹੁਣ ਉੱਪਰਲਿਆਂ ਨੇ ਫੈਸਲਾ ਲੈਣਾ ਗੱਠਜੋੜ ਦਾ, ਨਹੀਂ ਲੈਣਾ, ਕੀ ਕਰਨਾ ਕੀ ਨਹੀਂ ਕਰਨਾ, ਉਹ ਗੱਲ ਵੱਖਰੀ ਹੈ।
ਪਰ ਇਹ ਇੱਥੇ ਇੱਕ ਦੂਜੇ ਨਾਲ ਹੀ ਘਸੁੰਨ ਮੁੱਕੀ ਹੋਣ ਨੂੰ ਫਿਰਦੇ ਆ ਵਿਚਾਰਾਂ ਦੇ ਨਜ਼ਰੀਏ ਤੋਂ, ਵੀ ਅਸੀਂ ਨਹੀਂ ਜੇ ਲੈਣੇ ਗਏ ਹੋਏ, ਮੁੜ ਕੇ ਆਉਣ ਨੂੰ ਫਿਰਦੇ ਆ। ਇਹਦਾ ਮਤਲਬ ਕਿੰਨੇ ਸਾਰੇ ਭਾਜਪਾ ਚ ਗਏ ਬੰਦੇ ਵਾਪਸ ਆਉਣ ਨੂੰ ਫਿਰਦੇ ਜੀ, ਸਾਬਕਾ ਮੰਤਰੀ ਆਉਣ ਨੂੰ ਫਿਰਦੇ ਆ, ਕੀ ਚੱਕਰ ਆ? ਮੈਨੂੰ ਸਮਝਾਇਓ ਜ਼ਰਾ। ਦੂਜੇ ਬੰਨੇ ਇਹ ਸਾਰੀ ਰਾਜਨੀਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੀ ਜਿਹੜੇ ਉਹਦੇ ਬਗਾਵਤ ਵਾਲੇ ਸੁਖਵਿੰਦਰ ਗਰੇਵਾਲ ਵਰਗੇ ਲੋਕ ਆ, ਉਹਨਾਂ ਨਾਲ ਸਖਤੀ ਦੇ ਰੌਂਚ ਨਿਪਟਣਾ ਚਾਹੁੰਦੀ ਹੈ। ਪੰਜਾਬ ਦੀ ਪੋਲਿਟਿਕਸ ਤੇ ਇਹ ਨਵੇਂ ਸਰੂਪ ਨੇ। ਰੰਧਾਵਾ ਸਾਹਿਬ ਦੇਖੋ, ਜਦੋਂ ਕੋਈ ਇਸ ਤਰ੍ਹਾਂ ਦੀ ਚੀਜ਼ ਹੁੰਦੀ ਹੈ, ਜਿਸ ਤਰ੍ਹਾਂ ਹੁਣ ਕਾਂਗਰਸ ਜਿਸ ਟਰਾਂਸਫਾਰਮੇਸ਼ਨ ਦੇ ਦੌਰ ਦੇ ਵਿੱਚ ਹੈ, ਉਸ ਤੋਂ ਮੈਨੂੰ ਲੱਗਦਾ ਕਿ ਇਹ ਦੋ ਵਿਚਾਰਧਾਰਾਵਾਂ ਤਾਂ ਇਹ ਆਣਗੀਆਂ ਹੀ ਆਣਗੀਆਂ। ਪਹਿਲੀ ਤਾਂ ਇਹੀ ਕਿ ਜਿਹੜੇ ਬੰਦੇ ਬਾਹਰ ਚਲੇ ਗਏ, ਕੀ ਅਸੀਂ ਉਹਨਾਂ ਨੂੰ ਵਾਪਸ ਲੈਣਾ ਜਾਂ ਆਪਣੇ ਤੌਰ ਤੇ ਚੱਲਣਾ। ਦੂਜੀ ਇਹ ਕਿ ਨਹੀਂ, ਉਹਨਾਂ ਨੂੰ ਵਾਪਸ ਮਨਾ ਕੇ ਲੈ ਕੇ ਆਓ। ਇਹ ਵਿਚਾਰਧਾਰਾ ਦੇ ਇਹ ਦੋ ਵੱਖ-ਵੱਖ ਵਿਚਾਰਧਾਰਾਵਾਂ ਨੇ ਜਿਹਦੀ ਪ੍ਰਤੀਨਿਧਤਾ ਇਸ ਟਾਈਮ ਸੁਖਜਿੰਦਰ ਰੰਧਾਵਾ ਤੇ ਪ੍ਰਤਾਪ ਬਾਜਵਾ ਹੁਣੀ ਕਰ ਰਿਹਾ। ਕੱਲ ਉਹਨਾਂ ਨੇ ਇਸ ਗੱਲ ਦਾ ਉੱਥੇ ਉਹ ਵੀ ਦਿੱਤਾ। ਮੰਥਨ ਹੈ, ਦੇਖੋ ਮੈਨੂੰ ਲੱਗਦਾ ਕਿ ਠੀਕ ਹੈ, ਇਹ ਮੰਥਨ ਅਗਰ ਹੋਏ ਤਾਂ ਪਾਰਟੀਆਂ ਦੇ ਅੰਦਰ ਬੈਠ ਕੇ ਹੋਏ ਤਾਂ ਜ਼ਿਆਦਾ ਅੱਛਾ ਲੱਗਦਾ, ਬਜਾਏ ਇਹਦਾ ਕਿ ਅਸੀਂ ਲੋਕਾਂ ਨੂੰ ਇਹ ਮੈਸੇਜ ਦਈਏ ਕਿ ਯਾਰ ਅਸੀਂ ਲੜ ਰਹੇ ਹਾਂ, ਜਿਹੜੇ ਅੰਦਰ ਬੈਠੇ ਆ ਉਹ ਵੀ ਲੜੀ ਜਾ ਰਹੇ ਆ। ਮੈਨੂੰ ਲੱਗਦਾ ਕਿ ਅੱਛਾ ਇਹ ਹੁੰਦਾ ਵੀ ਇਹ ਚੀਜ਼ਾਂ ਜਿਹੜੀਆਂ ਨੇ ਉਹ ਪਾਰਟੀਆਂ ਦੇ ਅੰਦਰ ਬੈਠ ਕੇ ਇਸ ਤੇ ਮੰਥਨ ਹੋਏ ਤੇ ਪਾਰਟੀ ਇੱਕ ਸਟੈਂਡ ਤੇ ਪਹੁੰਚੇ ਕਿ ਜੀ ਜਿਹੜੇ ਚਲੇ ਗਏ ਸੋ ਚਲੇ ਗਏ, ਹੁਣ ਅਸੀਂ ਉਹਨਾਂ ਨੂੰ ਨਹੀਂ ਲੈਣਾ, ਅਸੀਂ ਨਵੀਂ ਕਾਂਗਰਸ ਖੜੀ ਕਰਾਂਗੇ, ਉਹਨਾਂ ਨਾਲ ਸਾਡਾ ਹੁਣ ਕੋਈ ਰਾਗਾ ਦੇਗਾ ਨਹੀਂ। ਪਰ ਕਿਉਂਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਸਟੈਂਡ ਲੈਂਦੇ ਹੋ, ਫਿਰ ਤੁਸੀਂ ਲੌਂਗ ਟਰਮ ਪਾਲਿਸੀ ਅਪਣਾਉਂਦੇ ਹੋ, ਫਿਰ ਇਹ ਲੌਂਗ ਟਰਮ ਹੈ। ਕਿਉਂਕਿ ਲੀਡਰ ਅਚਾਨਕ ਨਹੀਂ ਬਣਦੇ, ਲੀਡਰ ਬਣਨ ਵਾਸਤੇ ਬਹੁਤ ਟਾਈਮ ਲੱਗਦਾ, ਬਹੁਤ ਘਸਣਾ ਪੈਂਦਾ, ਤਾਂ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਆ, ਤਾਂ ਤੁਹਾਨੂੰ ਵੋਟ ਕਰਦੇ ਆ। ਤੇ ਜਦੋਂ ਉਹਦੇ ਲਈ ਕੀ ਪ੍ਰਤਾਪ ਬਾਜਵਾ ਸਾਹਿਬ ਨੂੰ ਇਹ ਲੱਗ ਰਿਹਾ ਕਿ ਇੰਨਾ ਤਾਂ ਟਾਈਮ ਆਪਣੇ ਕੋਲ ਹੈ ਹੀ ਨਹੀਂਗਾ, ਫਿਰ ਆਪਾਂ 27 ਦੀ ਬਜਾਏ ਕਿ 32 ਦਾ ਦੇਖੀਏ ਜਾਂ 24 ਦੀ ਬਜਾਏ 29 ਦਾ ਦੇਖੀਏ। ਇਹ ਬਾਜਵਾ ਸਾਹਿਬ ਦੀ ਇਹ ਥੋੜੀ ਜੀ ਮੈਨੂੰ ਲੱਗਦਾ ਕਿ ਇੱਕ ਉਹ ਹੋ ਸਕਦੀ ਹੈ ਵੀ ਉਹਨਾਂ ਨੂੰ ਇਹ ਲੱਗ ਰਿਹਾ ਹੋਵੇ ਵੀ ਯਾਰ ਇੰਨਾ ਟਾਈਮ ਮੇਰੇ ਕੋਲ ਨਹੀਂ ਹੈਗਾ, ਵੀ ਹੁਣ ਤਾਂ ਫਟਾਫਟ ਸਾਰੇ ਬੰਦੇ ਬੁਲਾਓ ਤੇ ਦੁਬਾਰਾ ਨਵੇਂ ਸਿਰੇ ਤੋਂ ਲੜੀਏ ਤੇ ਸਰਕਾਰ ਬਣਾਈਏ। ਸੋ ਕਈ ਵਾਰ ਏਦਾਂ ਇੰਨਾ ਸੰਭਵ ਨਹੀਂ ਹੁੰਦਾ। ਦੇਖੋ ਬਹੁਤ ਸਾਰੇ ਟੈਗਸ ਲੱਗ ਜਾਂਦੇ ਆ ਤੁਹਾਡੇ ਉੱਤੇ ਜਦੋਂ ਤੁਸੀਂ ਪਾਰਟੀਆਂ ਨੂੰ ਛੱਡਦੇ ਹੋ। ਇਹ ਟੈਗ ਹੁੰਦੇ ਹੀ ਹੈ ਵੀ ਜਦੋਂ ਆਪਾਂ ਕਹਿੰਦੇ ਆ ਵੀ ਜਹਾਜ਼ ਡੁੱਬ ਰਿਹਾ ਤਾਂ ਚੂਹੇ ਕੁੱਦ ਕੇ ਭੱਜ ਰਹੇ ਆ, ਤਾਂ ਇਹ ਚੂਹਿਆਂ ਨੂੰ ਕੀ ਦੁਬਾਰਾ ਲੈ ਕੇ ਆਣਾ ਤੁਸੀਂ ਪਾਰਟੀ ਦੇ ਵਿੱਚ, ਜਾਂ ਉਸ ਜਹਾਜ਼ ਦੇ ਜਿਹੜੇ ਛੇਦ ਨੇ ਉਹਨਾਂ ਨੂੰ ਪਲੱਗ ਇਨ ਕਰਕੇ ਜਹਾਜ਼ ਨੂੰ ਨਵੇਂ ਸਿਰੇ ਤੋਂ ਸਮੁੰਦਰ 'ਚ ਰੋੜਨਾ। ਇਹ ਦੋ ਅਲੱਗ-ਅਲੱਗ ਵਿਚਾਰਧਾਰਾ ਨੇ। ਮੈਨੂੰ ਲੱਗ ਰਿਹਾ ਦੋਨਾਂ ਤੇ ਮੰਥਨ ਹੋਣਾ ਚਾਹੀਦਾ, ਉਹ ਪਰ ਅੰਦਰ ਬੈਠ। ਦੇਖੋ ਜਿਹੜੇ ਚੂਹੇ ਨਾ ਜੀ ਉਹ ਥੱਲੇ ਹੁੰਦੇ ਨੇ, ਉੱਥੇ ਪਹਿਲਾਂ ਪਾਣੀ ਉੱਥੇ ਪਹੁੰਚਦਾ, ਇਸ ਕਰਕੇ ਉਹ ਥੱਲਿਓਂ ਬਾਹਰ ਨੂੰ ਨਿਕਲਦੇ ਆ। ਇਹ ਕਹਾਵਤ ਜਿਹੜੀ ਨਾ ਕਿਸੇ ਹੋਰ ਤਰੀਕੇ ਨਾਲ ਬਣਾਈ ਸੀ, ਵਰਤ ਆਪਾਂ ਰਹੇ ਆ ਹੋਰ ਤਰੀਕੇ ਨਾਲ। ਵੈਸੇ ਇਹਦੇ 'ਚ ਦੋ ਗੱਲਾਂ, ਜਿਹੜੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਿਹੜੇ ਪਿੱਠ 'ਚ ਛੁਰਾ ਮਾਰਦੇ ਆ ਨਾ, ਉਹਨਾਂ ਨੇ ਜਾਖੜ ਤੇ ਵੀ ਨਿਸ਼ਾਨਾ ਸਾਧਿਆ ਵੀ ਉਹ ਅਸੀਂ ਕਿਉਂ ਵਾਪਸ ਲਈਏ, ਅਸੀਂ ਆਪਣੇ ਬੰਦੇ ਤਿਆਰ ਕਰ ਲਾਂਗੇ। ਦੂਜੀ ਗੱਲ ਰਾਜਾ ਵੜਿੰਗ ਨੇ ਜਿਹੜੀ ਅਸੀਂ ਗੱਲ ਕਰਦੇ ਹਾਂ ਲਗਾਤਾਰ ਉਹ ਕੀਤੀ ਹੈ ਕਿ ਮਾਲਵਾ ਜਿਹੜਾ ਆਮ ਆਦਮੀ ਪਾਰਟੀ ਨੂੰ ਬਿਲਕੁਲ ਮੂੰਹ ਨਹੀਂ ਲਾਊਗਾ। ਇਹ ਦੋ ਗੱਲਾਂ ਕਾਫੀ ਅਹਿਮ ਨੇ। ਦੇਖੋ ਸਵਾਲ ਅੱਜ ਵੀ ਉੱਥੇ ਹੀ ਖੜਾ ਹੈ। ਹੁਣ ਕਾਂਗਰਸ ਪਾਰਟੀ ਨੂੰ ਇਹ ਲੱਗਣ ਲੱਗ ਪਿਆ ਕਿ ਆਮ ਆਦਮੀ ਪਾਰਟੀ ਨੂੰ ਕਿਸੇ ਮੂਵਮੈਂਟ ਨਾਲ ਲਹਿਰ ਵਾਂਗ ਵੋਟ ਨਹੀਂ ਪੈਣੀ। ਸੋ ਜੇ ਲੜ ਕੇ ਹੀ ਲੜਨਾ ਹੈ ਤਾਂ ਕੇਡਰ ਸਾਡੇ ਕੋਲ ਆ। ਸੋ ਕਾਡਰ ਦੀ ਗੱਲ ਜਦੋਂ ਆਉਂਦੀ ਹੈ ਤਾਂ ਇਹਨਾਂ ਨੂੰ ਆਪਣੇ ਤੇ ਥੋੜਾ ਜਿਹਾ ਕੌਨਫੀਡੈਂਸ ਵੱਧ ਜਾਂਦਾ ਹੈ ਕਿ ਅਸੀਂ ਵੋਟ ਭੁਗਤਾ ਲਾਂਗੇ। ਆਮ ਆਦਮੀ ਪਾਰਟੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਸਕਦੀ ਹੈ, ਪਰ ਕਿੰਨੇ ਆਖ ਨੂੰ ਉਹ ਮੰਨ ਲੈਣਗੇ, ਕਿਉਂਕਿ ਲੋਕ ਉਹਨੇ ਵਧੀਆ ਤਰੀਕੇ ਨਾਲ ਹੁਣ ਨਹੀਂ ਚੱਲਦੇ, ਨਿਰਾਸ਼ਾ ਤਾਂ ਹੁੰਦੀ ਆ। ਇਹ ਗੱਲਾਂ ਸਾਰੀਆਂ ਤਾਂ ਚੱਲਣਗੀਆਂ, ਪਰ ਕੀ ਸੱਚਮੁੱਚ ਗੱਠਜੋੜ ਨੂੰ ਲੈ ਕੇ ਦੋਵੇਂ ਪਾਰਟੀਆਂ ਅਜੇ ਵੀ ਸੰਜੀਦਾ ਨੇ? ਇਹ ਸਵਾਲ ਹੁਣ ਉੱਭਰਨ ਲੱਗ ਪਿਆ। ਸੋ ਮੈਂ ਚਾਹੂੰਗਾ ਭਾਸਕਰ ਸਾਹਿਬ ਕੋਈ ਗੱਲ ਕਰਨਾ ਚਾਹ ਰਹੇ। ਜਿੱਥੇ ਤੱਕ ਚੂਹੇ ਦੀ ਗੱਲ ਕੀਤੀ ਹੈ ਇੰਦਰਪ੍ਰੀਤ ਉਹਨਾਂ ਨੇ, ਮੈਨੂੰ ਗੱਲ ਯਾਦ ਆ ਗਈ। ਅੱਜ ਸਵੇਰੇ ਮੈਂ ਖਬਰ ਪੜ੍ਹ ਰਿਹਾ ਸੀ, ਰਸ਼ੀਆ ਦੇ ਵਿੱਚ ਇੱਕ ਛੋਟੀ ਜਿਹੀ ਬਿੱਲੀ ਦਾ ਬੱਚਾ ਪਾਲਿਆ ਇੱਕ ਔਰਤ ਨੇ, ਔਰ ਬਾਅਦ ਚੋਂ ਨਿਕਲਿਆ ਬਲੈਕ ਪੈਂਥਰ। ਕਈ ਵਾਰ ਇਹ ਚੂਹੇ ਅੱਗੇ ਚੱਲ ਕੇ ਬੜੇ ਵਧੀਆ ਵੀ ਨਿਕਲ ਸਕਦੇ ਨੇ, ਕਿਉਂਕਿ ਬਿੱਲੀ ਅਗਰ ਬਲੈਕ ਪੈਂਥਰ ਨਿਕਲ ਸਕਦੀ ਹੈ ਤੇ ਜਿਹਨੂੰ ਤੁਸੀਂ ਚੂਹੇ ਸਮਝੀ ਜਾਂਦੇ ਹੋ, ਕਈ ਵਾਰ ਉਹ ਵੀ ਪਰ ਅੱਗੇ ਖੈਰ ਤੁਸੀਂ ਖੁਦ ਸਮਝਦਾਰ ਹੋ, ਜਿਹੜਾ ਮੇਰਾ ਇਸ਼ਾਰਾ ਸੀਗਾ ਉਸ ਤਰਫ ਸੀਗਾ। ਔਰ ਇਸ ਗੱਲ ਦਾ ਬਾਜਵਾ ਸਾਹਿਬ ਨੂੰ ਪਤਾ ਹੈ ਚੰਗੀ ਤਰ੍ਹਾਂ। ਬਾਜਵਾ ਸਾਹਿਬ ਨੇ ਤਾਂ ਇੱਕ ਗੱਲ ਭਾਸਕਰ ਸਾਹਿਬ ਹੋਰ ਕਹੀ ਬਈ ਲਗਭਗ 3 ਦਰਜਨ ਤੋਂ ਜ਼ਿਆਦਾ ਉਹਨਾਂ ਤਾਂ ਗਿਣਤੀ ਦੱਸੀ ਸੀ। ਉਹ ਕਹਿੰਦੇ ਐਮਐਲਏ ਸਾਡੇ ਸੰਪਰਕ 'ਚ ਰੋਜ਼ ਫੋਨ ਕਰਦੇ ਆ। ਮਤਲਬ ਜੇ ਰੋਜ਼ ਫੋਨ ਕਰਦੇ ਆਉਣਾ ਚਾਹੁੰਦੇ ਤਾਂ ਲੈ ਲਓ, ਵੇਲਾ ਕਿਹੜਾ ਵੇਖਦੇ ਹੋ। ਅਗਲੇ 92 ਨੇ, 92 ਤੁਸੀਂ ਸਰਕਾਰ ਬਣਾਉਣ ਦੀ ਸਥਿਤੀ 'ਚ ਕਿਵੇਂ ਆ ਸਕਦੇ ਹੋ? ਇਹ ਤਾਂ ਵੇਖੋ ਜ਼ਰਾ। ਵੈਸੇ ਮਾਹੌਲ ਬਣਾਉਣ ਲਈ, ਹਵਾ ਬਣਾਉਣ ਲਈ ਇਹ ਕਦੇ ਬੀਜੇਪੀ ਵਾਲੇ ਵੀ ਕਰਦੇ ਹੁੰਦੇ ਸੀ ਵੀ ਆਪਾਂ ਤਾਂ ਲੋਕ ਆਈ ਕਿ ਆਈ, ਸਰਕਾਰ ਤਾਂ ਤੋੜ ਹੀ ਲੈਣੀ। ਭਾਸਕਰ ਸਾਹਿਬ ਬਾਜਵਾ ਸਾਹਿਬ ਦੀ ਇੰਨੇ
ਸੀਜ਼ਨਡ ਪੋਲੀਟੀਸ਼ੀਅਨ ਔਰ ਇੰਨੇ ਸੀਰੀਅਸ ਬੰਦੇ ਤੇ ਪੁਰਾਣੇ ਇੰਨੇ ਘਾਗ ਜੇ ਉਹੋ ਜਿਹੀਆਂ ਗੱਲਾਂ ਵਕਤੋਂ ਪਰੇ, ਪਰ ਵਰਕਰਾਂ ਦਾ ਮਨੋਬਲ ਬਣਾਉਣ ਲਈ ਕਰੀ ਜਾਣਗੇ। ਬੁਲਾ ਸਾਡੇ ਨਾਲ ਤਾਂ ਇੰਨੇ ਐਮਐਲਏ, ਕੀ ਕਹਿੰਦੇ? ਬਾਜਵਾ ਸਾਹਿਬ ਪਹਿਲੇ ਇਹ ਵੀ ਕਹਿੰਦੇ ਸੀਗੇ ਕਿ ਮਹਾਰਾਸ਼ਟਰ ਵਰਗਾ ਜਹਾਜ਼ ਵੀ ਇੱਕ ਚੰਡੀਗੜ੍ਹ ਲੱਗੂਗਾ, ਉਹਦੇ ਵਿੱਚ ਭਗਵੰਤ ਮਾਨ ਸਮੇਤ ਕਈ ਐਮਐਲਏ ਆਮ ਆਦਮੀ ਪਾਰਟੀ ਦੇ ਚੜ ਜਾਣਗੇ ਤੇ ਫਿਰ ਉਹ ਜਹਾਜ਼ ਖੜਾ ਹੈ, ਇੱਥੇ ਤੱਕ ਵੀ ਕਹਿੰਦੇ ਸੀ। ਉਹਨੇ 32 ਐਮਐਲਏਆਂ ਵਾਲੀ ਗੱਲ ਕੀਤੀ ਤੇ ਹੈ ਬਾਜਵਾ ਸਾਹਿਬ ਨੇ। ਬਾਜਵਾ ਸਾਹਿਬ ਨੂੰ ਕਾਫੀ ਸਾਲਾਂ ਤੋਂ ਅਸੀਂ ਜਾਣਦੇ ਹਾਂ, ਔਰ ਇਦਾਂ ਦੇ ਟੋਟਕੇ ਕਈ ਵਾਰ ਉਹ ਛੱਡ ਦਿੰਦੇ ਹੁੰਦੇ ਆ, ਅੱਗੇ ਆਪੇ ਸਾਹਮਣ ਜਿਨ੍ਹਾਂ ਦੇ ਉੱਤੇ ਇਹ ਟੋਟਕੇ ਮਾਰੇ ਨੇ। ਪਰ ਚਲੋ ਕੱਲ ਤੋਰੀ ਹੈ, ਕਿੰਨੀ ਕੁ ਤੁਰੇਗੀ ਇਹਦੀ ਉਮੀਦ ਘੱਟ ਹੈਗੀ। ਬਾਸਮਤੀ ਦੇ ਉੱਤੇ ਇੰਦਰਪ੍ਰੀਤ ਜੀ ਹੁਣ ਆਖਰੀ ਟਿੱਪਣੀ, ਕਿਉਂਕਿ ਬਾਸਮਤੀ ਦੀ ਜਿਹੜੀ ਐਕਸਪੋਰਟ ਰੁਕ ਗਈ ਸੀਗੀ ਇੱਕ ਸ਼ਰਤ ਕਰਕੇ, ਉਹ ਬਦਲ ਗਈ ਆ। ਸੁਨੀਲ ਜਾਖੜ ਦੀ ਅਗਵਾਈ 'ਚ ਵਫਦ ਮਿਲਿਆ ਸੀਗਾ, ਤੁਹਾਡੀ ਖਬਰ ਤੁਸੀਂ ਇਨੀਸ਼ੀਏਟ ਕੀਤਾ ਸੀ ਇਹਨੂੰ, ਔਰ ਬਾਸਮਤੀ ਗਰੋਵਰਸ ਤੋਂ ਲੈ ਕੇ ਐਕਸਪੋਰਟਰ ਤੱਕ ਸਾਰਿਆਂ ਦੇ ਸਾਹ ਸੋਤੇ ਸੀ। ਹੁਣ ਇਹ ਚੰਗੀ ਖਬਰ ਨਾਲ ਵੀ ਸਾਂਝ ਪਵਾ ਦਿਓ। ਰੰਧਾਵਾ ਸਾਹਿਬ ਦੇਖੋ, ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਜਿਹੜੀ ਅੱਕੀ ਹੜ੍ਹ ਆਏ ਸੀਗੇ, ਮੈਂ ਤੁਹਾਨੂੰ ਕਿਹਾ ਸੀਗਾ ਵੀ ਉਹਨਾਂ ਹੜ੍ਹਾਂ ਕਰਕੇ ਗਵਰਨਮੈਂਟ ਆਫ ਇੰਡੀਆ ਬਹੁਤ ਪਰੇਸ਼ਾਨੀ ਦੇ ਵਿੱਚ ਸੀਗੀ, ਕਿਉਂਕਿ ਇਹ ਸਾਲ ਜਿਹੜਾ ਹੈਗਾ ਚੋਣਾਂ ਦਾ ਵੀ ਸਾਲ ਹੈ। ਉਹਨਾਂ ਨੂੰ ਲੱਗ ਰਿਹਾ ਸੀ ਵੀ ਜੇ ਇੱਥੇ ਫਸਲ ਖਰਾਬ ਹੋ ਗਈ ਇਹਨਾਂ ਤਿੰਨਾਂ ਏਰੀਆਜ਼ 'ਚ, ਤਾਂ ਕਿਤੇ ਇੱਦਾਂ ਹੋਵੇ ਵੀ ਜਿਹੜੀ ਅਸੀਂ ਮੁਫਤ ਅਨਾਜ ਵਾਲੀ ਯੋਜਨਾ ਚਲਾ ਰੱਖੀ ਹੈ ਤੇ ਉਹ ਉਸ 'ਚ ਕੋਈ ਹਰਡਲ ਆ ਜੇ, ਉਹ ਚੱਲ ਹੀ ਨਾ ਸਕੇ ਸਾਡੀ। ਇਸ ਕਰਕੇ ਬਾਸਮਤੀ ਦੇ ਉੱਤੇ ਇਹਨਾਂ ਨੇ $1200 ਪਰ ਟਨ ਦੀ ਸ਼ਰਤ ਲਗਾਤੀ ਸੀ ਵੀ ਜੇ ਇਸ ਤੋਂ ਉੱਪਰ ਦਾ ਆਰਡਰ ਹੈਗਾ ਤਾਂ ਤੁਸੀਂ ਐਕਸਪੋਰਟ ਕਰ ਸਕਦੇ ਹੋ, ਅਦਰਵਾਈਜ਼ ਐਕਸਪੋਰਟ ਨਹੀਂ ਕਰ ਸਕਦੇ, ਤਾਂ ਤੁਸੀਂ ਜਿਹੜੀ ਕੰਟਰੀ ਦੀ ਜਿਹੜੀ ਹੈਗੀ ਆ ਉਸ ਦੀ ਭੇਜੋ। ਇਹ ਪੰਜਾਬ ਵਾਸਤੇ ਤਾਂ ਬਹੁਤ ਹੀ ਖਤਰਨਾਕ ਸੀ, ਕਿਉਂਕਿ ਸਾਡੇ 40% ਕੁੱਲ ਐਕਸਪੋਰਟ ਦਾ 40% ਅਸੀਂ ਕਰਦੇ ਆ ਇਕੱਲਾ ਪੰਜਾਬ। ਜਿੰਨੇ ਵੱਡੇ ਮਤਲਬ ਬ੍ਰਾਂਡ ਨੇ ਸਾਰੇ ਅੰਮ੍ਰਿਤਸਰ 'ਚ ਨੇ, ਲਾਲ ਕਿਲ੍ਹਾ, ਦਾਵਤ, ਇੰਡੀਆ ਗੇਟ, ਹੋਰ ਬੜੇ ਵੱਡੇ। ਸੋ ਇਹ ਹੁਣ ਜਦੋਂ ਇੰਨਾ ਕੁਝ ਹੋ ਗਿਆ ਤਾਂ ਨੈਚੁਰਲੀ ਹੈ ਕਿ ਇੰਨਾ ਵੱਡਾ ਨੁਕਸਾਨ ਪੰਜਾਬ ਝੇਲਣ ਦੇ ਉਸ ਤੇ ਨਹੀਂ ਹੈਗਾ। 17,000 ਕਰੋੜ ਰੁਪਏ ਦੀ ਜਿਹੜੀ ਐਕਸਪੋਰਟ ਦਾ ਤੁਸੀਂ ਦੇਖੋ ਰੁਕ ਜੇ, ਇਹ ਪੰਜਾਬ ਕਿੱਥੇ ਚੱਲ ਸਕਦਾ ਹੈ। ਤੇ ਦੂਜਾ ਇਹਦੇ ਨਾਲ ਜਿਹੜਾ ਅਸੀਂ ਇੱਕ ਗਵਰਨਮੈਂਟ ਆਫ ਇੰਡੀਆ ਵੀ, ਗਵਰਨਮੈਂਟ ਆਫ ਪੰਜਾਬ ਵੀ ਲਗਾਤਾਰ ਜਿਹੜੀ ਡਾਈਵਰਸੀਫਿਕੇਸ਼ਨ ਦੀ ਗੱਲ ਕਰ ਰਹੇ, ਉਹਨੂੰ ਵੀ ਬੜੀ ਵੱਡੀ ਸੱਟ ਵੱਜਣੀ ਸੀਗੀ। ਪਰ ਸੁਨੀਲ ਜਾਖੜ, ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਲੈਟਰ ਲਿਖਿਆ, ਫਿਰ ਸੁਨੀਲ ਜਾਖੜ ਉਹਨਾਂ ਤਾਂ ਸਾਰੇ ਐਕਸਪੋਰਟਰਸ ਨੂੰ ਨਾਲ ਲੈ ਕੇ ਮਿਲੇ, ਪਿਊਸ਼ ਗੋਇਲ ਹੋਰਾਂ ਨੂੰ, ਉਦੋਂ ਹੀ ਉਹਨਾਂ ਨੇ ਆਸ਼ਵਾਸਨ ਦਿੱਤਾ ਸੀਗਾ ਕਿ ਅਸੀਂ ਇਹ ਕਰ ਦਾਂਗੇ। ਪਰ ਕੱਲ ਇੱਕ ਫਿਰ ਐਕਸਪੋਰਟਰਸ ਨਾਲ ਅਲੱਗ ਤੋਂ ਮੀਟਿੰਗ ਹੋਈ ਹੈ, ਜ਼ੂਮ ਨਾਲ ਮੀਟਿੰਗ ਹੋਈ ਹੈ ਇਹ, ਤੇ ਉਹਦੇ ਵਿੱਚ ਇਹ ਫੈਸਲਾ ਸੀਗਾ ਪਹਿਲਾਂ ਕਿ 900 ਟਨ ਕਰ ਲੈਂਦੇ ਆਪਾਂ, 1200 ਜਾਂ 900 ਟਨ। ਪਰ ਜਿਹੜੀ ਸਭ ਤੋਂ ਵੱਡੇ ਐਕਸਪੋਰਟਰ ਹੈਗੇ ਰਮਨੀਸ਼ ਸਿੰਘ, ਉਹਨਾਂ ਨੇ ਕਿਹਾ ਕਿ ਨਹੀਂ, ਇਹ ਥੋੜਾ ਜਿਹਾ ਹੋਰ ਘਟਾਓ ਜੀ, ਫਿਰ ਜਿਹੜੇ ਬਹੁਤੇ ਛੋਟੇ ਕਿਸਾਨ ਨੇ ਉਹਦੇ ਵਿੱਚ ਆ ਨਹੀਂ ਪਾਣਗੇ। ਤਾਂ ਇਹ ਹੁਣ $850 ਪਰ ਟਨ ਕਰਨ ਤੇ ਸਹਿਮਤੀ ਹੋ ਗਈ ਹੈ। ਇਹਨਾਂ ਨੂੰ ਵਿਸ਼ਵਾਸ ਦਿਲਾਤਾ ਕਿ ਇਹੀ ਹੋਏਗੀ। 2 ਦਿਨ ਬਾਅਦ ਪਿਊਸ਼ ਗੋਇਲ ਹੋਰਾਂ ਦੀ ਸੈਕਟਰੀਆਂ ਨਾਲ ਮੀਟਿੰਗ ਹੈ, ਜਿਹੜੇ ਸੰਬੰਧਿਤ ਡਿਪਾਰਟਮੈਂਟ ਹੈਗੇ ਨੇ ਉਹਨਾਂ ਨਾਲ ਮੀਟਿੰਗ ਹੈ, ਉਹਦੇ ਵਿੱਚ ਫੈਸਲਾ ਕਰਨ ਤੋਂ ਬਾਅਦ ਇਹ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ। ਸੋ ਜਿਹੜੇ ਕਿਸਾਨ ਇਸ ਟਾਈਮ, ਆਪਾਂ ਜਦੋਂ ਪਹਿਲਾਂ ਵੀ ਕਹਿ ਰਹੇ ਸੀ ਵੀ ਜਿਹੜੇ ਸਟ੍ਰੈਸ ਸੇਲ ਕਰ ਰਹੇ ਆ, ਮਤਲਬ ਕਿ ਪਤਾ ਨਹੀਂ ਲੱਗ ਰਿਹਾ ਕਿ ਹੋਏਗਾ ਕੀ, ਤਾਂ ਉਹ ਥਰੂ ਅਵੇ ਵੇਚਦੇ ਆ, ਉਹਨਾਂ ਨੂੰ ਥੋੜਾ ਜਿਹਾ ਰੁਕ ਜਾਣਾ ਚਾਹੀਦਾ ਹੈ। ਹਫ਼ਤਾ ਕੁ ਉਡੀਕ ਕਰ ਲਓ, ਇਹਦੇ ਰੇਟ ਬਾਸਮਤੀ ਦੇ ਅੱਛੇ ਮਿਲਣਗੇ ਤੇ ਇਹੀ ਉਮੀਦ ਕੀਤੀ ਜਾ ਸਕਦੀ ਹੈ ਕਿ ਜਿੰਨਾ ਜਲਦੀ ਹੋ ਸਕੇ ਨੋਟੀਫਿਕੇਸ਼ਨ ਇਹ ਜਾਰੀ ਕਰ ਦੇਣ। ਸਾਡੇ ਪਿੰਡਾਂ 'ਚ ਕਹਿੰਦੇ ਹੁੰਦੇ ਭੰਗ ਦੇ ਭਾਅ ਨਾ ਸੁੱਟ ਆਇਓ ਯਾਰ, ਇਹ ਜ਼ਰੂਰ ਧਿਆਨ 'ਚ ਰੱਖਿਓ। ਵੈਸੇ ਜੇ ਇੰਨੀਆਂ ਵੱਡੀਆਂ ਕੰਪਨੀਆਂ ਅੰਮ੍ਰਿਤਸਰ 'ਚ ਬੈਠੀਆਂ ਇੰਦਰਪ੍ਰੀਤ ਜੀ, ਆਪਾਂ ਤਿੰਨੇ ਰਲ ਕੇ ਇੱਕ ਇੱਦਾਂ ਦੀ ਕੰਪਨੀ ਨਾ ਖੋਲ ਲਈਏ ਤਾਂ ਗਰੋਵਰਸ ਨੂੰ ਫਾਇਦਾ ਹੋਊ। ਬਾਸਮਤੀ ਖਰੀਦ ਕੇ ਚਾੜਿਆ ਕਰਾਂਗੇ ਜਹਾਜ਼ ਵਿੱਚ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ।